ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਵਾਗਤ ਹੈ ਜੀ ਤੁਹਾਡਾ ਸਾਰੇ ਵੀਰਾਂ ਭੈਣਾਂ ਦਾ ਆਨਲਾਈਨ ਗੁਰਮਤਿ ਕਲਾਸ ਵਿੱਚ। ਜਿਵੇਂ ਕਿ ਆਪ ਜੀ ਨੂੰ ਪਤਾ ਹੈ, ਅਸੀਂ ਸਾਰੇ ਵੀਰਾਂ ਭੈਣਾਂ ਨੇ ਮਿਲ ਕੇ ਭਗਤ ਕਬੀਰ ਜੀ ਦੇ ਸ਼ਲੋਕਾਂ ਦੀ ਵਿਚਾਰ ਆਰੰਭ ਕੀਤੀ ਹੈ। ਕੱਲ ਤੱਕ ਅਸੀਂ 7 ਸ਼ਲੋਕਾਂ ਦੀ ਵਿਚਾਰ ਸਾਂਝੀ ਕਰ ਚੁੱਕੇ ਹਾਂ। ਕੱਲ 7ਵਾਂ ਸ਼ਲੋਕ ਸੀ, ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ। ਹਮ ਦਾ ਮਤਲਬ ਹੰਗਤਾ ਔਰ ਮਮਤਾ, ਇਹ ਸਾਰਿਆਂ ਤੋਂ ਬੁਰੇ ਨੇ। ਜਿਨ੍ਹਾਂ ਦੇ ਅੰਦਰ ਇਹ ਈਗੋ ਆ ਜਾਏ, ਹੰਕਾਰ ਆ ਜਾਏ, ਸਵਾਰਥ ਆ ਜਾਏ, ਉਹ ਇਨਸਾਨ ਚੰਗਾ ਨਹੀਂ ਰਹਿ ਜਾਂਦਾ, ਬੁਰਾਈਆਂ ਵੱਲ ਪ੍ਰੇਰਦਾ ਹੈ ਇਹ ਵਿਕਾਰ। ਤੇ ਇਹਨਾਂ ਵਿਕਾਰਾਂ ਨੂੰ ਛੱਡ ਕੇ ਸਾਰੇ ਹੀ ਭਲੇ ਹੋ ਸਕਦੇ ਨੇ। ਕਬੀਰ ਜੀ ਕਹਿੰਦੇ ਨੇ, ਜਿਨਨੇ ਇਹੋ ਜਿਹਾ ਸਮਝ ਲਿਆ ਹੈ, ਅਸਲ ਵਿੱਚ ਉਹੀ ਸਾਡਾ ਅਸਲੀ ਮਿੱਤਰ ਹੈ। ਉਹ ਮਿੱਤਰਤਾ ਨਿਭਾਉਣ ਦੇ ਯੋਗ ਹੈ, ਉਹਦੇ ਨਾਲ ਮਿੱਤਰਤਾ ਨਿਭਾਈ ਜਾ ਸਕਦੀ ਹੈ, ਕਿਉਂਕਿ ਉਹਦੀ ਜ਼ਿੰਦਗੀ ਦੇ ਅੰਦਰ ਕੋਈ ਵਿਕਾਰ ਨਹੀਂ ਹੋਏਗਾ, ਪਾਪ ਨਹੀਂ ਹੋਏਗਾ, ਅਪਰਾਧ ਨਹੀਂ ਹੋਏਗਾ। ਤੇ ਜਿੱਥੇ ਸੋਚ ਮਾੜੀ ਨਹੀਂ ਹੋਏਗੀ, ਅਸਲੀ ਮਿੱਤਰਤਾ ਉੱਥੇ ਹੀ ਨਿਭੇਗੀ, ਕਿਉਂਕਿ ਉੱਥੇ ਧੋਖਾ ਨਹੀਂ, ਬੇਵਿਸ਼ਵਾਸੀ ਨਹੀਂ ਹੈ। ਤਾਂ ਕਬੀਰ ਜੀ ਕਹਿੰਦੇ ਨੇ, ਸਾਡਾ ਉਹੀ ਅਸਲ ਮਿੱਤਰ ਹੈ ਜਿਹਨੇ ਇਹੋ ਜਿਹਾ ਕਰਕੇ ਸਮਝ ਲਿਆ ਹੈ, ਔਰ ਜਿਸਨੇ ਆਪਣੀ ਜ਼ਿੰਦਗੀ ਚੋਂ ਹੰਗਤਾ, ਮਮਤਾ, ਹੰਕਾਰ ਔਰ ਮੈਂ ਮੇਰੀ ਨੂੰ ਖਤਮ ਕਰ ਲਿਆ ਹੈ। ਅਗਲਾ ਸ਼ਲੋਕ 8ਵਾਂ, ਜਿਸ ਦੀ ਵਿਚਾਰ ਅਸੀਂ ਅੱਜ ਆਰੰਭ ਕਰ ਰਹੇ ਹਾਂ। ਕਬੀਰ ਆਈ ਮੁਝੇ ਪਹਿ, ਅਨਿਕ ਕਰੇ ਕਰ ਭੇਸ, ਹਮ ਰਾਖੇ ਗੁਰ ਆਪਨੇ, ਉਨ ਕੀਨੋ ਆਦੇਸ਼। ਆਈ ਦਾ ਮਤਲਬ ਮੇਰੇ ਕੋਲ ਆਈ। ਅਨਿਕ ਕਰੇ ਕਰ ਭੇਸ਼ ਦਾ ਮਤਲਬ ਅਨੇਕਾਂ ਭੇਸ਼ ਵਟਾ ਕੇ, ਅਨੇਕਾਂ ਢੰਗ ਤਰੀਕਿਆਂ ਦੇ ਨਾਲ। ਹੁਣ ਇੱਥੇ ਆਈ ਮੁਝੇ ਪੈ, ਇਹਦੇ ਅਰਥ ਜਿਹੜੇ ਨੇ ਵਿਦਵਾਨ ਪੁਰਸ਼ਾਂ ਨੇ ਦੋ ਤਰ੍ਹਾਂ ਕੀਤੇ ਨੇ। ਕੁਝ ਵਿਦਵਾਨਾਂ ਨੇ ਕਿਹਾ ਹੈ ਕਿ ਹਉਮੈ ਆਈ, ਯਾਨੀ ਮੇਰੀ ਜ਼ਿੰਦਗੀ ਦੇ ਵਿੱਚ, ਮੇਰੀ ਸੋਚ ਦੇ ਅੰਦਰ ਹਉਮੈ ਆਈ। ਅਨੇਕ ਕਰੇ ਕਰ ਭੇਸ ਦਾ ਮਤਲਬ ਕਦੇ ਨੈਗੇਟਿਵਿਟੀ ਦੇ ਰੂਪ ਦੇ ਵਿੱਚ, ਕਦੇ ਇਨਫੀਰੀਓਰਿਟੀ ਕੰਪਲੈਕਸ ਵਿੱਚ, ਔਰ ਕਦੇ ਸੁਪਰੀਓਰਿਟੀ ਕੰਪਲੈਕਸ ਦੇ ਰੂਪ ਦੇ ਅੰਦਰ। ਕਦੀ ਕਿਸੇ ਨੂੰ ਨੀਵਾਂ ਵਿਖਾਉਣਾ, ਕਦੀ ਆਪਣੇ ਆਪ ਨੂੰ ਦੂਜਿਆਂ ਤੋਂ ਨੀਵਾਂ ਸਮਝਣਾ। ਔਰ ਕੁਝ ਵਿਦਵਾਨਾਂ ਨੇ ਆਈ ਸ਼ਬਦ ਦੇ ਅਰਥ ਕੀਤੇ ਨੇ ਮਾਇਆ, ਕਿ ਮੇਰੇ ਕੋਲ ਮਾਇਆ ਜਿਹੜੀ ਹੈ ਉਹ ਕਈ ਭੇਸ਼ ਵਟਾ ਕੇ ਆਈ। ਤਾਂ ਅਸੀਂ ਇੱਥੇ ਕਹਿ ਸਕਦੇ ਹਾਂ ਕਿ ਇੱਥੇ ਮਾੜੀ ਸੋਚ ਦੀ ਗੱਲ ਹੈ, ਕਿ ਜੋ ਮਾੜੀ ਸੋਚ ਹੈ ਨਾ, ਉਹ ਕਈ ਰੂਪ ਵਟਾ ਕੇ ਮੇਰੇ ਕੋਲ ਆਈ, ਮੇਰੇ ਤੇ ਪ੍ਰਭਾਵ ਪਾਉਣ ਦਾ ਯਤਨ ਕੀਤਾ। ਇਹ ਮਾੜੀ ਸੋਚ ਜਿਹੜੀ ਹੈ ਬੰਦੇ ਦੀ ਜ਼ਿੰਦਗੀ ਦੇ ਅੰਦਰ ਪੈਦਾ ਹੁੰਦੀ ਹੈ, ਔਰ ਅਨੇਕਾਂ ਰੂਪਾਂ ਦੇ ਵਿੱਚ ਹੁੰਦੀ ਹੈ। ਕਦੇ ਮਾੜੀ ਸੋਚ ਕਰਕੇ ਬੰਦਾ ਲੋਭੀ ਹੋ ਕੇ ਬੇਗਾਨਾ ਹੱਕ ਖਾਂਦਾ ਹੈ, 2 ਨੰਬਰ ਦੇ ਧੰਦੇ ਕਰਦਾ ਹੈ, ਕਰਪਸ਼ਨ ਕਰਦਾ ਹੈ, ਰਿਸ਼ਵਤਖੋਰੀ ਵਿੱਚ ਪੈ ਜਾਂਦਾ ਹੈ। ਕਦੇ ਮਾੜੀ ਸੋਚ ਕਰਕੇ ਬੰਦਾ ਹੰਕਾਰੀ ਹੋ ਜਾਂਦਾ ਹੈ, ਔਰ ਉਹ ਦੂਜਿਆਂ ਨੂੰ ਨੀਵਾਂ ਵਿਖਾਉਂਦਾ ਹੈ। ਔਰ ਕਦੇ ਆਪਣੀ ਮਾੜੀ ਸੋਚ ਕਰਕੇ ਹੀ ਬੰਦਾ ਨੈਗੇਟਿਵਿਟੀ ਦਾ ਸ਼ਿਕਾਰ ਹੋ ਜਾਂਦਾ ਹੈ, ਔਰ ਬਹੁਤ ਸਾਰੇ ਮਾਨਸਿਕ ਰੋਗ ਇਹਨੂੰ ਗ੍ਰਸ ਲੈਂਦੇ ਨੇ। ਕਦੇ ਮਾੜੀ ਸੋਚ ਕਰਕੇ ਬੰਦਾ ਮੋਹ ਦੀ ਗ੍ਰਿਫਤ ਵਿੱਚ ਆ ਜਾਂਦਾ ਹੈ, ਸਵਾਰਥੀ ਬਣ ਜਾਂਦਾ ਹੈ, ਜਿੱਥੇ ਆਪਣੇ ਸੁੱਖਾਂ ਵਾਸਤੇ ਇਹ ਦੂਜੇ ਲੋਕਾਂ ਨੂੰ ਦੁੱਖ ਦਿੰਦਾ ਹੈ। ਕਦੇ ਮਾੜੀ ਸੋਚ ਕਰਕੇ ਬੰਦਾ ਕਾਮ ਵਾਸਨਾਵਾਂ ਦੇ ਵਿੱਚ ਫਸ ਜਾਂਦਾ ਹੈ, ਜੋ ਬੇਗਾਨੀਆਂ ਧੀਆਂ, ਭੈਣਾਂ, ਪਰਾਈਆਂ ਇਸਤਰੀਆਂ ਨੂੰ ਮਾੜੀ ਨਜ਼ਰ ਦੇ ਨਾਲ ਤੱਕਦਾ, ਔਰ ਬੰਦਾ ਵਿਭਚਾਰੀ ਹੋ ਜਾਂਦਾ ਹੈ। ਇਹ ਅਨੇਕਾਂ ਰੂਪ ਨੇ ਮਾੜੀ ਸੋਚ ਦੇ, ਅਨੇਕਾਂ ਢੰਗ ਨੇ। ਤਾਂ ਮਾੜੀ ਜਿਹੜੀ ਸੋਚ ਹੈ ਉਹ ਆਮ ਇਨਸਾਨ ਦੇ ਅੰਦਰ ਪੈਦਾ ਹੁੰਦੀ ਹੈ। ਮਾੜੀ ਸੋਚ ਆਮ ਇਨਸਾਨ ਦੇ ਉੱਤੇ ਪ੍ਰਭਾਵ ਪਾਉਂਦੀ ਹੈ। ਹੁਣ ਭਗਤ ਕਬੀਰ ਜੀ ਕਹਿੰਦੇ ਨੇ ਕਿ ਮਾੜੀ ਸੋਚ ਅਨੇਕਾਂ ਰੂਪਾਂ ਢੰਗਾਂ ਦੇ ਨਾਲ ਮੇਰੇ ਤੇ ਵੀ ਪ੍ਰਭਾਵ ਪਾਉਣ ਆਈ, ਮੇਰੇ ਅੰਦਰ ਪੈਦਾ ਹੋਈ। ਹੁਣ ਇਹ ਉੱਤਮ ਪੁਰਖ ਰਾਹੀਂ ਉਪਦੇਸ਼ ਦੇ ਰਹੇ ਨੇ, ਇਹ ਚੀਜ਼ ਸਮਝਣ ਵਾਲੀ ਹੈ। ਗੁਰਬਾਣੀ ਦੇ ਅੰਦਰ ਉਪਦੇਸ਼ ਦੇਣ ਦੇ 3 ਢੰਗ ਵਰਤੇ ਗਏ ਨੇ, ਇੱਕ ਉੱਤਮ ਪੁਰਖ, ਮੱਧਮ ਪੁਰਖ ਔਰ ਅੰਨੇ ਪੁਰਖ। ਯਾਨੀ ਗੱਲ ਸਰਬ ਸਾਂਝੀ ਹੈ, 3 ਢੰਗਾਂ ਦੇ ਨਾਲ ਕੀਤੀ ਗਈ ਹੈ। ਇੱਕ ਤੇ ਆਪਣਾ ਨਾਮ ਲੈ ਕੇ, ਜਿਵੇਂ ਆਪਣਾ ਨਾਮ ਲੈ ਕੇ, ਮੈਂ ਆਪਣਾ ਨਾਮ ਲੈ ਕੇ ਕਰਾਂ ਕਿ ਜਿਵੇਂ ਮੈਂ ਚੋਰੀ ਕੀਤੀ ਹੋਵੇ, ਮੈਂ ਪਾਣੀ ਪੀਤਾ ਤੇ ਮੇਰੀ ਪਿਆਸ ਬੁੱਝ ਗਈ, ਮੈਂ ਰੋਟੀ ਖਾਈ, ਮੇਰੀ ਜਿਹੜੀ ਹੈ ਭੁੱਖ ਮਿਟ ਗਈ, ਮੈਂ ਚੋਰੀ ਕੀਤੀ ਤਾਂ ਉਹਦੇ ਵਿੱਚ ਮੈਂ ਫੜਿਆ ਗਿਆ। ਯਾਨੀ ਆਪਣਾ ਨਾਮ ਲੈ ਕੇ ਉਪਦੇਸ਼ ਸਾਰਿਆਂ ਨੂੰ ਦੇਣਾ,
ਕਿ ਮੈਂ ਪਾਣੀ ਪੀਤਾ ਮੇਰੀ ਪਿਆਸ ਬੁਝ ਗਈ, ਇਹਦਾ ਮਤਲਬ ਤੁਸੀਂ ਪਾਣੀ ਪੀਓਗੇ ਤੁਹਾਡੀ ਵੀ ਪਿਆਸ ਬੁਝ ਜਾਏਗੀ। ਉੱਤਮ ਪੁਰਖ ਰਾਹੀਂ ਉਪਦੇਸ਼ ਨਾਮ ਆਪਣਾ ਲੈਣਾ ਔਰ ਗੱਲ ਸਰਬ ਸਾਂਝੀ ਕਰਨੀ। ਦੂਜਾ ਢੰਗ ਹੁੰਦਾ ਹੈ ਮੱਧਮ ਪੁਰਖ, ਸਾਹਮਣੇ ਜੋ ਸੈਕੰਡ ਪਰਸਨ ਹੈ, ਸਾਹਮਣੇ ਬੈਠੇ ਵਾਲੇ ਦਾ ਨਾਮ ਲੈਣਾ। ਜਿਵੇਂ ਮੇਰੇ ਕੋਈ ਸਾਹਮਣੇ ਬੈਠਾ ਹੈ ਤਾਂ ਵੀਰ ਜੀ ਤੁਸੀਂ ਪਾਣੀ ਪੀਓਗੇ ਤੁਹਾਡੀ ਪਿਆਸ ਬੁਝ ਜਾਏਗੀ, ਸੈਕੰਡ ਪਰਸਨ। ਤਾਂ ਇਹਦਾ ਮਤਲਬ ਜੇ ਉਹਦੀ ਪਿਆਸ ਬੁਝੇਗੀ ਤਾਂ ਬਾਕੀ ਸਾਰਿਆਂ ਦੀ ਵੀ ਬੁਝ ਜਾਏਗੀ। ਤੀਜਾ ਹੁੰਦਾ ਹੈ ਥਰਡ ਪਰਸਨ, ਜੋ ਸਾਡੇ ਕੋਲ ਹਾਜ਼ਰ ਨਹੀਂ ਹੈ, ਉਹਦਾ ਨਾਮ ਲੈ ਕੇ ਗੱਲ ਸਰਬ ਸਾਂਝੀ ਕਰਨੀ ਕਿ ਫਲਾਂ ਬੰਦੇ ਨੇ ਪਾਣੀ ਪੀਤਾ ਤੇ ਉਹਦੀ ਪਿਆਸ ਬੁਝ ਗਈ। ਯਾਨੀ ਇਹ ਸਰਬ ਸਾਂਝੀ ਗੱਲ ਹੈ ਪਰ ਨਾਮ ਇੱਕ ਦਾ। ਇੱਥੇ ਭਗਤ ਕਬੀਰ ਜੀ ਫਸਟ ਪਰਸਨ ਰਾਹੀਂ ਉਪਦੇਸ਼ ਕਰ ਰਹੇ ਨੇ। ਉਪਦੇਸ਼ ਸਰਬ ਸਾਂਝਾ ਹੈ ਕਿ ਮਾੜੀ ਸੋਚ ਆਉਂਦੀ ਹੈ ਤਾਂ ਉਸ ਮਾੜੀ ਸੋਚ ਤੋਂ ਅਸੀਂ ਕਿਵੇਂ ਬਚ ਸਕਦੇ ਹਾਂ। ਗੱਲ ਇਹ ਹੈ, ਕਬੀਰ ਜੀ ਕਹਿੰਦੇ ਨੇ ਇਹ ਮਾੜੀ ਸੋਚ ਅਨੇਕਾਂ ਢੰਗਾਂ ਤਰੀਕਿਆਂ ਦੇ ਨਾਲ ਮੇਰੇ ਕੋਲ ਆਈ, ਭਾਵ ਮੇਰੇ ਤੇ ਪ੍ਰਭਾਵ ਪਾਉਣ ਦਾ ਯਤਨ ਕੀਤਾ। ਤਾਂ ਇਹਦਾ ਮਤਲਬ ਇਹ ਹੈ ਕਿ ਸਾਰਿਆਂ ਦੇ ਉੱਤੇ ਹੀ ਇਹ ਮਾੜੀ ਸੋਚ ਕਿਸੇ ਨਾ ਕਿਸੇ ਢੰਗ ਦੇ ਨਾਲ ਪ੍ਰਭਾਵ ਪਾਉਂਦੀ ਹੈ। ਤੇ ਇਹਦੇ ਤੋਂ ਬਚੀਏ ਕਿਵੇਂ? ਹਮ ਰਾਖੇ ਗੁਰ ਆਪਨੇ ਉਨ ਕੀਨੋ ਆਦੇਸ਼। ਹਮ ਦਾ ਮਤਲਬ ਮੈਨੂੰ ਮੇਰੇ ਗੁਰੂ ਨੇ ਬਚਾ ਲਿਆ, ਇਸ ਮਾੜੀ ਸੋਚ ਤੋਂ ਮੇਰੇ ਗੁਰੂ ਨੇ ਬਚਾ ਲਿਆ। ਉਨ ਕੀਨੋ ਆਦੇਸ਼, ਉਨ ਦਾ ਮਤਲਬ ਉਸ ਮਾੜੀ ਸੋਚ ਨੇ, ਕੀਨੋ ਆਦੇਸ਼ ਦਾ ਮਤਲਬ ਨਮਸਕਾਰ ਕੀਤੀ। ਯਾਨੀ ਜੋ ਮਾੜੀ ਸੋਚ ਹੈ ਉਹਨੇ ਮੇਰੇ ਪੈਰਾਂ ਵਿੱਚ ਨਮਸਕਾਰ ਕਰ ਦਿੱਤੀ। ਹੁਣ ਇੱਥੇ ਪੈਰਾਂ ਵਿੱਚ ਨਮਸਕਾਰ ਕਰਨ ਦਾ ਮਤਲਬ ਹੈ ਕਿ ਮਾੜੀ ਸੋਚ ਦਾ ਮੇਰੇ ਤੇ ਪ੍ਰਭਾਵ ਨਹੀਂ ਪਿਆ, ਮਾੜੀ ਸੋਚ ਨੂੰ ਮੈਂ ਨਕਾਰ ਦਿੱਤਾ, ਮਾੜੀ ਸੋਚ ਮੇਰੇ ਤੇ ਪ੍ਰਭਾਵ ਨਾ ਪਾ ਸਕੀ, ਉਹ ਮੇਰੇ ਅਧੀਨ ਰਹੀ। ਨਮਸਕਾਰ ਕਰਨ ਦਾ ਮਤਲਬ ਉਹ ਮੇਰੇ ਅਧੀਨ ਹੋ ਗਈ। ਮੈਂ ਮਾੜੀ ਸੋਚ ਨੂੰ ਆਪਣੇ ਤੇ ਪ੍ਰਭਾਵਿਤ ਨਹੀਂ ਹੋਣ ਦਿੱਤਾ। ਕਿਵੇਂ? ਹਮ ਰਾਖੇ ਗੁਰ ਆਪਨੇ, ਮੈਨੂੰ ਮੇਰੇ ਗੁਰੂ ਨੇ ਬਚਾਇਆ। ਯਾਨੀ ਗਿਆਨ ਗੁਰੂ ਦੀ ਅਗਵਾਈ ਵਿੱਚ ਚੱਲ ਕੇ ਅਸੀਂ ਮਾੜੀ ਸੋਚ ਤੋਂ ਬਚ ਸਕਦੇ ਹਾਂ। ਤਾਂ ਦੇਖੋ ਇਸ ਜਗਤ ਦੇ ਅੰਦਰ ਆਮ ਮਨੁੱਖ ਉੱਤੇ ਮਾੜੀ ਸੋਚ ਦਾ ਪ੍ਰਭਾਵ ਕਦੇ ਨਾ ਕਦੇ ਕਿਸੇ ਨਾ ਕਿਸੇ ਰੂਪ ਦੇ ਅੰਦਰ ਪੈਂਦਾ ਹੈ ਤੇ ਉਸ ਮਾੜੀ ਸੋਚ ਦੇ ਕਾਰਨ ਬੰਦਾ ਫਿਰ ਮਾੜੇ ਬੋਲ ਵੀ ਬੋਲੇਗਾ, ਮਾੜੇ ਕਰਮ ਵੀ ਕਰੇਗਾ ਤੇ ਉਹਦਾ ਜੋ ਰਿਜ਼ਲਟ ਹੈ ਉਹ ਵੀ ਮਾੜਾ ਹੀ ਨਿਕਲੇਗਾ। ਤੇ ਜੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਖੁਦ ਵੀ ਔਰ ਇਸ ਸਮਾਜ ਅਤੇ ਸੰਸਾਰ ਵੀ ਮਾੜੀ ਸੋਚ ਤੋਂ ਬਚੇ ਔਰ ਉਹਦੇ ਅੰਦਰ ਚੰਗੀ ਸੋਚ ਪ੍ਰਫੁੱਲਤ ਹੋਵੇ, ਮਾੜੀ ਸੋਚ ਸਾਡੇ ਤੇ ਪ੍ਰਭਾਵ ਨਾ ਪਾ ਸਕੇ, ਤਾਂ ਉਹਦਾ ਇੱਕ ਹੀ ਇਲਾਜ ਹੈ ਗੁਰੂ ਦਾ ਗਿਆਨ ਹਾਸਲ ਕਰਨਾ, ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀਣੀ। ਹਰ ਕਰਮ ਕਰਨ ਤੋਂ ਪਹਿਲਾਂ ਉਸ ਕਰਮ ਦਾ ਜਿਹੜਾ ਹੈ ਰਿਜ਼ਲਟ ਵਿਚਾਰਨਾ ਕਿ ਇਹਦਾ ਰਿਜ਼ਲਟ ਕੀ ਨਿਕਲੇਗਾ। ਜਿਵੇਂ ਮੈਂ 2 ਦਿਨ ਪਹਿਲਾਂ ਵੀ ਬੇਨਤੀ ਕੀਤੀ ਸੀ, ਕੋਈ ਵੀ ਕੰਮ ਕਰਨ ਤੋਂ ਪਹਿਲਾਂ ਬੰਦਾ ਇਹ ਸੋਚ ਲਵੇ ਕਿ ਇਸ ਕੰਮ ਦੇ ਨਾਲ ਮੇਰਾ ਨੁਕਸਾਨ ਤੇ ਨਹੀਂ ਹੋਏਗਾ। ਦੂਜੀ ਇਹ ਚੀਜ਼ ਸੋਚੇ ਕਿ ਜਿਹਦੇ ਵਾਸਤੇ ਮੈਂ ਕੰਮ ਕਰਨ ਲੱਗਾ ਉਹਦਾ ਨੁਕਸਾਨ ਤੇ ਨਹੀਂ ਹੋਏਗਾ। ਤੀਜੀ ਚੀਜ਼ ਇਹ ਸੋਚੇ ਕਿ ਲੋਕਾਂ ਦਾ ਨੁਕਸਾਨ ਤੇ ਨਹੀਂ ਹੋਏਗਾ। ਜੇ ਮੇਰਾ ਵੀ ਨੁਕਸਾਨ ਨਹੀਂ, ਜੇ ਸਾਹਮਣੇ ਵਾਲੇ ਦਾ ਵੀ ਨੁਕਸਾਨ ਨਹੀਂ, ਸਮਾਜ ਦਾ ਵੀ ਨੁਕਸਾਨ ਨਹੀਂ, ਤਾਂ ਉਹ ਕੰਮ ਕਰਨ ਵਿੱਚ ਕੋਈ ਇਤਰਾਜ਼ ਨਹੀਂ ਹੈ। ਉਹਨੂੰ ਅਸੀਂ ਕੰਮ ਕਹਿ ਸਕਦੇ ਹਾਂ, ਉਹਦਾ ਰਿਜ਼ਲਟ ਗਲਤ ਨਹੀਂ ਨਿਕਲੇਗਾ, ਉਹਦਾ ਰਿਜ਼ਲਟ ਬਿਲਕੁਲ ਠੀਕ ਨਿਕਲੇਗਾ। ਇਸ ਲਈ ਇਸ ਮਾੜੀ ਸੋਚ ਨੂੰ ਗੁਰੂ ਗਿਆਨ ਰਾਹੀਂ ਖਤਮ ਕੀਤਾ ਜਾ ਸਕਦਾ ਹੈ ਔਰ ਗੁਰੂ ਗਿਆਨ ਰਾਹੀਂ ਹਰ ਇਨਸਾਨ ਦੇ ਅੰਦਰ ਚੰਗੀ ਸੋਚ ਪੈਦਾ ਹੋ ਸਕਦੀ ਹੈ, ਉਹ ਬੰਦਾ ਮਹਾਨ ਹੋ ਸਕਦਾ ਹੈ। ਇਹ ਪੋਸੀਬਿਲਿਟੀ ਹਰ ਇਨਸਾਨ ਦੇ ਅੰਦਰ ਮੌਜੂਦ ਹੈ। ਕਬੀਰ ਸੋਈ ਮਾਰੀਐ ਜਿਹ ਮੂਐ ਸੁਖ ਹੋਏ। ਇਹਨੂੰ ਮੂਏ ਨਹੀਂ ਪੜਨਾ, ਐੜੇ ਦੇ ਉੱਤੇ ਦੁਲਾਵਾਂ ਨੇ ਮੂਐ। ਕਬੀਰ ਸੋਈ ਮਾਰੀਐ ਜਿਹ ਮੂਐ ਸੁਖ ਹੋਏ, ਭਲੋ ਭਲੋ ਸਭ ਕੋ ਕਹੈ ਬੁਰੋ ਨਾ ਮਾਨੈ ਕੋਈ। ਹੁਣ ਕਬੀਰ ਜੀ ਕਹਿੰਦੇ ਨੇ ਕਿ ਉਸ ਨੂੰ ਮਾਰਨਾ ਚਾਹੀਦਾ ਹੈ ਜਿਹਦੇ ਮਾਰਨ ਦੇ ਨਾਲ ਸੁਖ ਜ਼ਿੰਦਗੀ ਦੇ ਅੰਦਰ ਹੁੰਦਾ ਹੈ। ਹੁਣ ਕਿਹੜੀ ਚੀਜ਼ ਸਾਡੇ ਅੰਦਰੋਂ ਮਾਰਨ ਵਾਲੀ, ਜਿਹੜੀ ਚੀਜ਼ ਨੂੰ ਖਤਮ ਕਰਨਾ ਚਾਹੀਦਾ ਹੈ, ਉਹ ਕਿਹੜੀ ਚੀਜ਼ ਹੈ? ਸਾਡੀ ਈਗੋ ਹੈ, ਸਾਡੀ ਮਾੜੀ ਸੋਚ ਹੈ। ਇਸ ਮਾੜੀ ਸੋਚ ਨੂੰ ਮਾਰਨਾ ਚਾਹੀਦਾ ਹੈ, ਮਾੜੀ ਸੋਚ ਨੂੰ ਆਪਣੇ ਅੰਦਰੋਂ ਖਤਮ ਕਰਨਾ ਚਾਹੀਦਾ ਹੈ। ਮਾੜੀ ਸੋਚ, ਸਾਡੀ ਈਗੋ, ਜਿਹੜੇ ਵਿਕਾਰ ਨੇ, ਜਦੋਂ ਇਹ ਮਰਨਗੇ, ਇਹ ਮਾੜੀ ਸੋਚ ਖਤਮ ਹੋਏਗੀ ਤਾਂ ਸਾਡੀ ਜ਼ਿੰਦਗੀ ਦੇ ਅੰਦਰ ਸੁਖ ਪੈਦਾ ਹੋਏਗਾ। ਔਰ ਇਹ ਗੱਲ ਬਿਲਕੁਲ ਪਰਖੀ ਹੋਈ ਹੈ, ਯੂਨੀਵਰਸਲ ਟਰੁੱਥ ਹੈ।
ਇੱਕ ਮਨੋਵਿਗਿਆਨਿਕ ਤੱਥ ਹੈ, ਇੱਕ ਅਟਲ ਸੱਚਾਈ ਹੈ ਕਿ ਜਿੰਨੇ ਵੀ ਦੁੱਖ ਨੇ ਉਹ ਸਾਡੀ ਮਾੜੀ ਸੋਚ ਕਰਕੇ ਨੇ, ਜਿੰਨੇ ਵੀ ਮਾਨਸਿਕ ਰੋਗ ਨੇ ਉਹ ਸਾਡੀ ਨੈਗੇਟਿਵਿਟੀ ਕਰਕੇ ਨੇ। ਜਦੋਂ ਸਾਡੇ ਅੰਦਰ ਨਕਾਰਾਤਮਕ ਸੋਚ ਹੁੰਦੀ ਹੈ, ਅਸੀਂ ਹਰ ਥਾਂ ਦੇ ਉੱਤੇ ਨਕਾਰਾਤਮਕ ਵਿਚਾਰ ਹੀ ਰੱਖਦੇ ਹਾਂ, ਅਸੀਂ ਹਰ ਥਾਂ ਦੇ ਉੱਤੇ ਹੀਨ ਭਾਵਨਾ ਦੇ ਨਾਲ ਹੀ ਤੱਕਦੇ ਹਾਂ। ਜਿਵੇਂ ਆਪਾਂ ਪਹਿਲਾਂ ਕਈ ਵਾਰ ਵਿਚਾਰ ਕੀਤੀ ਹੈ ਕਿ ਜੇ ਬਰਸਾਤੀ ਮੌਸਮ ਆਇਆ ਹੈ ਤਾਂ ਨਕਾਰਾਤਮਕ ਸੋਚ ਵਾਲੇ ਨੂੰ ਇੱਥੇ ਦੁੱਖ ਹੀ ਦਿਸੇਗਾ ਕਿ ਹੁਣ ਮੀਂਹ ਪੈਣੇ ਸ਼ੁਰੂ ਅੱਜ ਹੋ ਜਾਣੇ ਨੇ, ਹੜ੍ਹ ਆ ਜਾਣਗੇ, ਬੱਦਲ ਵਸਣਗੇ, ਬਿਜਲੀ ਕੜਕੇਗੀ, ਲੋਕ ਮਰਨਗੇ, ਫਸਲਾਂ ਬਰਬਾਦ ਹੋਣਗੀਆਂ, ਪਿੰਡਾਂ ਦੇ ਪਿੰਡ ਰੁੜ ਜਾਣਗੇ, ਹੜ੍ਹ ਆ ਜਾਣਗੇ। ਉਹ ਬਰਸਾਤ ਦੇ ਵਿੱਚ ਦੁੱਖ ਦੇਖ ਰਿਹਾ ਹੈ, ਨੈਗੇਟਿਵ ਥਿੰਕਿੰਗ। ਦੂਜਾ ਬੰਦਾ ਬਰਸਾਤ ਵਿੱਚ ਸੋਚ ਰਿਹਾ ਹੈ ਕਿ ਹੁਣ ਬਰਸਾਤ ਹੋਏਗੀ, ਆਕਾਸ਼ ਵਿੱਚ ਉੱਡਿਆ ਘੱਟਾ ਮਿੱਟੀ ਬੈਠੇਗਾ, ਫਸਲਾਂ ਹਰੀਆਂ ਭਰੀਆਂ ਹੋਣਗੀਆਂ, ਵਨਸਪਤੀ ਤੇ ਹਰਿਆਵਲ ਹੋਏਗੀ, ਨਦੀਆਂ ਨਾਲਿਆਂ ਵਿੱਚ ਦਰਿਆਵਾਂ ਦੇ ਵਿੱਚ ਪਾਣੀ ਆਏਗਾ, ਝਰਨੇ ਚੱਲਣਗੇ, ਫਸਲਾਂ ਹੋਣਗੀਆਂ। ਤਾਂ ਉਹਦੀ ਸੋਚ ਪੋਜ਼ਿਟਿਵ ਹੈ। ਹੁਣ ਜਿੱਥੇ ਵੀ ਅਸੀਂ ਦੇਖਦੇ ਹਾਂ, ਅਸੀਂ ਆਮ ਜੋ ਬੰਦੇ ਨੇ ਜਾਂ ਅਸੀਂ ਖੁਦ ਹਾਂ, ਤਾਂ ਕਈ ਵਾਰ ਕਿਸੇ ਬੰਦੇ ਦੀ ਇਮੇਜ ਅਸੀਂ ਆਪਣੇ ਅੰਦਰ ਗਲਤ ਬਣਾ ਲੈਂਦੇ ਹਾਂ ਕਿ ਫਲਾਂ ਬੰਦਾ ਚੋਰ ਹੈ, ਠੱਗ ਬੇਈਮਾਨ ਹੈ। ਹੋ ਸਕਦਾ ਹੈ ਉਹ ਨਾ ਹੋਵੇ। ਜਿਵੇਂ ਇਸ ਦੁਨੀਆ ਵਾਸਤੇ ਅਸੀਂ ਆਮ ਬੋਲਦੇ ਹਾਂ ਕਿ ਦੁਨੀਆ ਬੜੀ ਮਾੜੀ ਹੋ ਗਈ ਹੈ, ਕਲਯੁਗ ਦਾ ਭਿਆਨਕ ਸਮਾਂ ਆ ਗਿਆ ਹੈ, ਕਿਸੇ ਦਾ ਵਿਸ਼ਵਾਸ ਨਹੀਂ ਕਰਨਾ ਚਾਹੀਦਾ, ਇੱਥੇ ਤਾਂ ਕੋਈ ਕਿਸੇ ਦਾ ਮਿੱਤਰ ਨਹੀਂ ਰਿਹਾ, ਇੱਥੇ ਤਾਂ ਹਰ ਬੰਦਾ ਪਾਪੀ ਅਪਰਾਧੀ ਹੈ। ਹੁਣ ਜਦੋਂ ਇਹੋ ਜਿਹੀ ਸੋਚ ਬੰਦਾ ਬਣਾ ਲਵੇਗਾ ਹਰ ਬੰਦਾ, ਤਾਂ ਕਿਵੇਂ ਇਨਸਾਨ ਦਾ ਇਨਸਾਨ ਦੇ ਨਾਲ ਪਿਆਰ ਹੋਏਗਾ। ਲੇਕਿਨ ਕੁਝ ਲੋਕ ਐਸੇ ਨੇ ਜੋ ਇਹ ਸੋਚਦੇ ਨੇ ਕਿ ਇਹ ਸੰਸਾਰ ਤੇ ਹਰੀ ਦਾ ਸੁੰਦਰ ਬਾਗਰਾ ਹੈ। ਗੁਰੂ ਨਾਨਕ ਦੇਵ ਜੀ ਇਸ ਸੰਸਾਰ ਨੂੰ ਵੇਖ ਰਹੇ ਨੇ ਰੱਬ ਦੇ ਘਰ ਦੇ ਰੂਪ ਵਿੱਚ, ਇਹ ਜਗ ਸੱਚੇ ਕੀ ਹੈ ਕੋਠੜੀ। ਗੁਰੂ ਜੀ ਵੇਖ ਰਹੇ ਨੇ ਸੰਸਾਰ ਨੂੰ, ਇਹ ਵਿਸ਼ ਸੰਸਾਰ ਤੋਂ ਦੇਖਦੇ ਇਹ ਹਰ ਕਾ ਰੂਪ ਹੈ। ਇੱਥੇ ਅਨੰਤ ਸੰਭਾਵਨਾਵਾਂ ਨੇ, ਤਾਂ ਜ਼ਰੂਰਤ ਹੈ ਆਪਣੀ ਸੋਚ ਨੂੰ ਬਦਲਣ ਦੀ। ਘਰਾਂ ਪਰਿਵਾਰਾਂ ਵਿੱਚ ਵੇਖ ਲਓ, ਜਿੱਥੇ ਸੋਚ ਸੀਮਤ ਹੁੰਦੀ ਹੈ, ਮਾੜੀ ਹੁੰਦੀ ਹੈ, ਉੱਥੇ ਘਰਾਂ ਦੇ ਘਰ ਟੁੱਟ ਜਾਂਦੇ ਨੇ, ਪਰਿਵਾਰਾਂ ਦੇ ਪਰਿਵਾਰ ਟੁੱਟ ਜਾਂਦੇ ਨੇ, ਪਰਿਵਾਰ ਬਿਖਰ ਜਾਂਦੇ ਨੇ। ਲੇਕਿਨ ਜਿੱਥੇ ਸੋਚ ਚੰਗੀ ਹੁੰਦੀ ਹੈ, ਉਹ ਅੱਜ ਦੇ ਯੁੱਗ ਦੇ ਵਿੱਚ ਵੀ ਬੜੇ ਐਸੇ ਪਰਿਵਾਰ ਨੇ ਜੋ 5-5 6-6 ਭਰਾ ਇਕੱਠੇ ਹੀ ਰਹਿ ਰਹੇ ਨੇ। ਪਿੱਛੇ ਇੱਕ ਵੀਡੀਓ ਵਾਇਰਲ ਹੋਈ ਸੀ, ਉਹਦਾ ਇੰਟਰਵਿਊ ਲਿਆ ਸੀ ਕੁਝ ਪਰਿਵਾਰਾਂ ਦਾ। 5-6 ਭਰਾ ਨੇ ਤੇ ਉਹਨਾਂ ਦੇ 50-60 ਮੈਂਬਰ ਨੇ ਘਰ ਦੇ, ਸਾਰੇ ਪੋਤਰੀਆਂ ਪੋਤਰੇ ਸਭ ਇਕੱਠੇ ਰਹਿ ਰਹੇ ਨੇ, ਇਕੱਠੀ ਰੋਟੀ ਖਾਂਦੇ ਪੀਂਦੇ ਨੇ। ਸੋਚ ਹੈ ਨਾ। ਲੇਕਿਨ ਕੁਝ ਐਸੇ ਨੇ ਜਿਹੜੇ 2-3 ਜੀਅ ਵੀ ਇਕੱਠੇ ਨਹੀਂ ਰਹਿ ਪਾਉਂਦੇ। ਤਾਂ ਇਸ ਮਾੜੀ ਸੋਚ ਨੂੰ ਮਾਰਨਾ ਚਾਹੀਦਾ ਹੈ, ਇਸ ਮਾੜੀ ਸੋਚ ਨੂੰ ਆਪਣੇ ਅੰਦਰੋਂ ਖਤਮ ਕਰਨਾ ਚਾਹੀਦਾ ਹੈ। ਇਸ ਮਾੜੀ ਸੋਚ ਨੂੰ ਮਾਰਨ ਦੇ ਨਾਲ ਸੁੱਖ ਪੈਦਾ ਹੋਏਗਾ। ਜਦੋਂ ਅਸੀਂ ਈਰਖਾ, ਦਵੇਸ਼, ਵੈਰ ਵਿਰੋਧ ਵਾਲੀ ਸੋਚ ਨੂੰ ਖਤਮ ਕਰਾਂਗੇ, ਸਾਡੇ ਅੰਦਰ ਸੱਚਾਈ, ਦਇਆ, ਪਿਆਰ, ਮੁਹੱਬਤ, ਇਨਸਾਨੀਅਤ ਪੈਦਾ ਹੋਏਗੀ, ਤਾਂ ਆਟੋਮੈਟਿਕਲੀ ਸਾਡੀ ਜ਼ਿੰਦਗੀ ਵਿੱਚ ਸੁੱਖ ਪੈਦਾ ਹੋਏਗਾ। ਜਦੋਂ ਅਸੀਂ ਨੈਗੇਟਿਵ ਦੀ ਜਗ੍ਹਾ ਤੇ ਪੋਜ਼ਿਟਿਵ ਹੋਵਾਂਗੇ ਤੇ ਆਟੋਮੈਟਿਕਲੀ ਸੁੱਖ ਹੋਏਗਾ। ਢਹਿੰਦੀ ਕਲਾ ਦੀ ਬਜਾਏ ਅਸੀਂ ਚੜ੍ਹਦੀ ਕਲਾ ਵਿੱਚ ਸੋਚਾਂਗੇ ਤਾਂ ਆਟੋਮੈਟਿਕਲੀ ਸੁੱਖ ਹੋਏਗਾ। ਤਾਂ ਕਬੀਰ ਜੀ ਕਹਿੰਦੇ ਨੇ ਇਸ ਮਾੜੀ ਸੋਚ ਨੂੰ ਮਾਰਨਾ ਚਾਹੀਦਾ ਹੈ, ਖਤਮ ਕਰਨਾ ਚਾਹੀਦਾ ਹੈ। ਇਸ ਮਾੜੀ ਸੋਚ ਦੇ ਨਾਲ ਮਰਨ ਦੇ ਨਾਲ ਜਿਹੜਾ ਹੈ ਸੁੱਖ ਜ਼ਿੰਦਗੀ ਵਿੱਚ ਪੈਦਾ ਹੁੰਦਾ ਹੈ। ਭਲੋ ਭਲੋ ਸਭ ਕੋ ਕਹੈ, ਬੁਰੋ ਨਾ ਮਾਨੈ ਕੋਈ। ਜਿਸ ਮਾੜੀ ਸੋਚ ਨੂੰ ਕੋਈ ਮਾਰ ਲਵੇਗਾ ਨਾ, ਤਾਂ ਉਹਨੂੰ ਹਰੇਕ ਮਨੁੱਖ ਹੀ ਚੰਗਾ ਕਵੇਗਾ, ਉਹਨੂੰ ਕੋਈ ਬੁਰਾ ਨਹੀਂ ਮੰਨੇਗਾ। ਕੋਈ ਇਹ ਨਹੀਂ ਕਵੇਗਾ ਵੀ ਤੂੰ ਇਹ ਚੰਗਾ ਨਹੀਂ ਕੀਤਾ, ਸਾਰੇ ਲੋਕ ਇਹ ਕਹਿਣਗੇ ਵੀ ਤੂੰ ਚੰਗਾ ਕੀਤਾ ਹੈ। ਦੇਖੋ ਕਈ ਵਾਰ ਹੁੰਦਾ ਨਾ, ਕਈ ਲੋਕ ਨਸ਼ੇ ਕਰਦੇ ਨੇ ਜਾਂ ਮਾੜੇ ਕਰਮ ਕਰਦੇ ਨੇ, ਜਾਂ ਕਿਸੇ ਘਰ ਦੇ ਵਿੱਚ ਲੜਾਈ ਦੰਗਾ ਰਹਿੰਦਾ ਹੈ ਤੇ ਫਿਰ ਉਹਨਾਂ ਨੂੰ ਸਮਝਾਇਆ ਜਾਏ ਤੇ ਉਹ ਲੋਕ ਛੱਡ ਦਿੰਦੇ ਨੇ। ਉਹ ਤੇ ਲੋਕ ਫਿਰ ਆਮ ਕਹਿੰਦੇ ਨੇ ਨਾ ਰਿਸ਼ਤੇਦਾਰ, ਵੀ ਆਹ ਤੂੰ ਕੰਮ ਚੰਗਾ ਕੀਤਾ, ਆਹ ਤਾਂ ਬਹੁਤ ਵਧੀਆ ਕੀਤਾ, ਕਿਉਂਕਿ ਸਾਰੇ ਹੀ ਚੰਗਾ ਕਹਿਣਗੇ। ਜਦੋਂ ਤੁਸੀਂ ਕਿਸੇ ਦੀ ਸਹਿਯੋਗ ਕਰੋਗੇ, ਸੱਚੇ ਬਚਨ ਬੋਲੋਗੇ, ਪਿਆਰ ਦੇ ਨਾਲ ਰਹੋਗੇ, ਤਾਂ ਕੋਈ ਵੀ ਬੁਰਾ ਨਹੀਂ ਮੰਨੇਗਾ ਇਹਨਾਂ ਚੀਜ਼ਾਂ ਨੂੰ। ਸਾਰੇ ਹੀ ਭਲਾ ਕਹਿਣਗੇ, ਸਾਰੇ ਹੀ ਆਦਰ ਦੇਣਗੇ, ਸਾਰੇ ਹੀ ਸਤਿਕਾਰ ਦੇਣਗੇ। ਤਾਂ ਮਾੜੀ ਸੋਚ ਨੂੰ ਖਤਮ ਕਰਨ ਨਾਲ ਸਾਨੂੰ 2 ਲਾਭ ਹੋਣਗੇ। ਇੱਕ ਤਾਂ ਸਾਡੀ ਆਪਣੀ ਜ਼ਿੰਦਗੀ ਦੇ ਅੰਦਰ ਸੁੱਖ ਪੈਦਾ ਹੋਏਗਾ, ਤੇ ਦੂਜਾ ਸਾਨੂੰ ਇਸ ਸੰਸਾਰ ਚੋਂ ਮਾਣ, ਆਦਰ ਔਰ ਸਤਿਕਾਰ ਮਿਲੇਗਾ। ਤੇ ਨਾਲ ਜੇ ਹਰ ਬੰਦਾ ਇਸ ਚੀਜ਼ ਨੂੰ ਅਪਣਾਏਗਾ ਤਾਂ ਇਹ ਸਮਾਜ ਬੜਾ ਸੁਹਾਵਣਾ ਹੋ ਜਾਏਗਾ। ਕਬੀਰ ਰਾਤੀ ਹੋਵਹਿ ਕਾਰੀਆਂ, ਕਾਰੇ ਊਭੇ ਜੰਤ,
ਲੈ ਫਾਹੇ ਉਠ ਧਾਵਤੇ ਸੇ ਜਾਨ ਮਾਰੇ ਭਗਵੰਤ। ਹੋਵਹਿ ਨੂੰ ਬਿੰਦੀ ਲਗਾ ਕੇ ਪੜਾਂਗੇ ਹੋਵਹਿ, ਕਿਉਂਕਿ ਹੋਵੈ ਹੋਣਾ ਇਹ ਕਿਰਿਆ ਹੈ। ਤੇ ਜਦੋਂ ਵੀ ਕਿਰਿਆਵਾਚੀ ਹਾਹੇ ਦੇ ਨਾਲ ਸਿਹਾਰੀ ਲੱਗੀ ਹੋਏ ਨਾ, ਉਹ ਸ਼ਬਦ ਆਮ ਕਰਕੇ ਬਹੁਵਚਨੀ ਹੁੰਦਾ ਹੈ, ਉਸ ਦਾ ਉਚਾਰਨ ਨਾਸਕੀ ਹੋਵੇਗਾ। ਇਹ ਜੋ ਕਾਰੀਆ ਸ਼ਬਦ ਹੈ ਇਹ ਵੀ ਬਹੁਵਚਨੀ, ਇਹਨੂੰ ਕਾਰੀਆਂ ਪੜਾਂਗੇ। ਕਾਰੀਆਂ ਦਾ ਮਤਲਬ ਕਾਲੀਆਂ, ਕਾਰੀ ਦਾ ਮਤਲਬ ਕਾਲੀ। ਕਬੀਰ ਰਾਤੀ ਹੋਵਹਿ ਕਾਰੀਆਂ ਕਾਰੇ ਉਭੇ ਜੰਤ। ਕਾਰੇ ਦਾ ਮਤਲਬ ਕਾਲੇ, ਉਭੇ ਦਾ ਮਤਲਬ ਉੱਠ ਖਲੋਂਦੇ ਨੇ, ਸਾਵਧਾਨ ਹੋ ਜਾਂਦੇ ਨੇ। ਰਾਤੀ ਇਹ ਵੀ ਬਿੰਦੀ ਲਗਾ ਕੇ ਪੜਾਂਗੇ ਰਾਤੀ। ਰਾਤੀ ਦਾ ਮਤਲਬ ਰਾਤਾਂ, ਹੋਵਹਿ ਦਾ ਮਤਲਬ ਹੁੰਦੀਆਂ ਨੇ, ਕਾਰੀਆਂ ਦਾ ਮਤਲਬ ਕਾਲੀਆਂ। ਤਾਂ ਕਬੀਰ ਜੀ ਕਹਿੰਦੇ ਨੇ ਜਦੋਂ ਕਾਲੀਆਂ ਰਾਤਾਂ ਹੁੰਦੀਆਂ ਨਾ, ਹਨੇਰੀਆਂ ਰਾਤਾਂ, ਕਾਲੀਆਂ ਰਾਤਾਂ ਦਾ ਮਤਲਬ ਹਨੇਰੀਆਂ ਰਾਤਾਂ, ਜਿਨ੍ਹਾਂ ਰਾਤਾਂ ਵਿੱਚ ਚੰਦਰਮਾ ਨਹੀਂ ਚੜ੍ਹਦਾ। ਪੂਰਨਮਾਸ਼ੀ ਤੋਂ ਬਾਅਦ ਦੀਆਂ ਜਿਹੜੀਆਂ ਰਾਤਾਂ ਨੇ ਚੰਦਰਮਾ ਨਹੀਂ ਹੁੰਦਾ, ਰਾਤਾਂ ਕਾਲੀਆਂ ਹੁੰਦੀਆਂ ਨੇ, ਹਨੇਰਾ ਹੁੰਦਾ ਹੈ। ਤੇ ਕਾਰੇ ਦਾ ਮਤਲਬ ਹੈ ਕਾਲੇ ਮਨ ਵਾਲੇ, ਚੋਰ ਉਚੱਕੇ, ਲੁਟੇਰੇ, ਡਾਕੂ। ਉਭੇ ਦਾ ਮਤਲਬ ਉੱਠ ਖਲੋਂਦੇ ਨੇ। ਜੰਤ ਦਾ ਮਤਲਬ ਜੀਵ ਜੰਤ, ਕਾਲੇ ਜੀਵ ਜੰਤ, ਯਾਨੀ ਬੰਦੇ ਜਿਹੜੇ ਨੇ, ਵਿਕਾਰੀ ਬੰਦੇ। ਕਾਰੇ ਜੰਤ ਦਾ ਮਤਲਬ ਵਿਕਾਰੀ ਬੰਦੇ। ਕਿ ਰਾਤਾਂ ਹਨੇਰੀਆਂ ਹੁੰਦੀਆਂ ਨੇ ਤਾਂ ਚੋਰ ਆਦਿਕ ਕਾਲੇ ਕਰਮ ਕਰਨ ਵਾਲੇ ਬੰਦੇ ਘਰਾਂ ਚੋਂ ਉੱਠ ਖਲੋਂਦੇ ਨੇ। ਉਭੇ ਦਾ ਮਤਲਬ ਉੱਠ ਖਲੋਂਦੇ ਨੇ, ਸਾਵਧਾਨ ਹੋ ਜਾਂਦੇ ਨੇ। ਤੇ ਕਰਦੇ ਕੀ ਨੇ? ਲੈ ਫਾਹੇ ਉਠ ਧਾਵਤੇ। ਫਾਹੇ ਦਾ ਮਤਲਬ ਫਾਹੀਆਂ, ਸਨ ਲਾਣ ਦਾ ਸਮਾਨ। ਧਾਵਤੇ ਦਾ ਮਤਲਬ ਦੌੜਦੇ ਨੇ। ਲੈ ਫਾਹੇ ਉਠ ਧਾਵਤੇ, ਫਾਹੀਆਂ ਲੈ ਕੇ, ਸਨ ਲਾਣ ਦੇ ਸਮਾਨ ਲੈ ਕੇ, ਦੂਜਿਆਂ ਦੇ ਘਰਾਂ ਨੂੰ ਲੁੱਟਣ ਦਾ ਸਮਾਨ ਲੈ ਕੇ ਤੁਰ ਪੈਂਦੇ ਨੇ। ਧਾਵਤੇ ਦਾ ਮਤਲਬ ਦੌੜਦੇ ਨੇ, ਤੁਰ ਪੈਂਦੇ ਨੇ। ਉਹ ਲੋਕਾਂ ਦੇ ਘਰਾਂ ਵਿੱਚ ਚੋਰੀਆਂ ਕਰਨ ਵਾਸਤੇ, ਦੂਜਿਆਂ ਦੇ ਘਰਾਂ ਨੂੰ ਲੁੱਟਣ ਵਾਸਤੇ ਤੁਰ ਪੈਂਦੇ ਨੇ। ਸੇ ਜਾਨ ਮਾਰੇ ਭਗਵੰਤ। ਜਾਨ ਦਾ ਮਤਲਬ ਜਾਣੋ, ਯਕੀਨ ਸਮਝੋ। ਮਾਰੇ ਦਾ ਮਤਲਬ ਮਾਰੇ ਹੋਏ ਨੇ। ਭਗਵੰਤ ਦਾ ਮਤਲਬ ਰੱਬ ਵੱਲੋਂ। ਤਾਂ ਇਹ ਸਮਝ ਲਓ ਕਿ ਐਸੇ ਬੰਦੇ ਰੱਬ ਵੱਲੋਂ ਮਾਰੇ ਹੋਏ ਨੇ, ਯਾਨੀ ਐਸੇ ਬੰਦਿਆਂ ਦੀ ਜ਼ਮੀਰ ਮਰ ਗਈ ਹੈ। ਐਸੇ ਬੰਦਿਆਂ ਦੀ ਇਨਸਾਨੀਅਤ ਅੰਦਰੋਂ ਮਰ ਜਾਂਦੀ ਹੈ। ਉਹ ਮਰ ਚੁੱਕੇ ਨੇ, ਉਹ ਜਿਉਂਦੇ ਨਹੀਂ ਹਨ। ਉਹਨਾਂ ਦੇ ਅੰਦਰੋਂ ਇਨਸਾਨੀਅਤ ਮਰ ਗਈ ਹੈ। ਰਾਤਾਂ ਕਾਲੀਆਂ, ਹਨੇਰੀਆਂ ਰਾਤਾਂ ਵਿੱਚ ਚੋਰ ਉਚੱਕੇ ਡਾਕੂ ਦੂਜਿਆਂ ਦੇ ਘਰਾਂ ਨੂੰ ਲੁੱਟਣ ਵਾਸਤੇ, ਫਾਹੀਆਂ ਲੈ ਕੇ ਦੂਜਿਆਂ ਨੂੰ ਮਾਰਨ ਵਾਸਤੇ ਉੱਠ ਕੇ ਤੁਰ ਪੈਂਦੇ ਨੇ। ਤਾਂ ਗੁਰੂ ਜੀ ਕਹਿ ਰਹੇ ਨੇ ਐਸੇ ਲੋਕਾਂ ਨੂੰ ਸਮਝੋ ਰੱਬ ਨੇ ਮਾਰ ਦਿੱਤਾ ਹੈ। ਭਾਵ ਇਹ ਮਰੇ ਜ਼ਮੀਰ ਵਾਲੇ ਲੋਕ ਨੇ, ਇਨਸਾਨੀਅਤ ਮਰੀ ਹੋਈ ਹੈ। ਹੁਣ ਪਹਿਲਾਂ ਆਪ ਨੂੰ ਪਤਾ ਹੈ ਕਿ ਆਮ ਕਰਕੇ ਪਿੰਡਾਂ ਸ਼ਹਿਰਾਂ ਦੇ ਵਿੱਚ ਚੋਰੀਆਂ ਆਮ ਹੁੰਦੀਆਂ ਸੀ, ਕੱਚੇ ਘਰ ਹੁੰਦੇ ਸੀ। ਤੇ ਸਿਆਲ ਦੇ ਵਿੱਚ ਲੋਕ ਚੋਰ ਜਿਹੜੇ ਨੇ ਕੱਚੇ ਘਰਾਂ ਨੂੰ ਪਾੜਾ ਲਾ ਕੇ ਮੱਝਾਂ ਗਾਵਾਂ ਵੀ ਕੱਢ ਕੇ ਲੈ ਜਾਂਦੇ ਸੀ। ਫਸਲਾਂ ਤੇ ਆਮ ਚੁੱਕੀਆਂ ਜਾਂਦੀਆਂ ਸੀ, ਭਰੀਆਂ ਚੁੱਕ ਲੈਣੀਆਂ, ਪੀੜਾਂ ਵਿੱਚੋਂ ਦਾਣੇ ਚੋਰੀ ਹੋ ਜਾਣੇ, ਜਾਂ ਘਰ ਦਾ ਜਿਹੜਾ ਸਮਾਨ ਹੈ ਥੋੜਾ ਬਹੁਤਾ ਉਹ ਵੀ ਚੋਰੀ ਹੋ ਜਾਂਦਾ ਸੀ। ਅੱਜ ਕੱਲ ਵੀ ਚੋਰੀਆਂ ਹੁੰਦੀਆਂ ਨੇ, ਇੱਥੇ ਇਹਨਾਂ ਦੇਸ਼ਾਂ ਦੇ ਵਿੱਚ ਵੀ ਘਰਾਂ ਵਿੱਚ ਚੋਰੀਆਂ ਹੋ ਜਾਂਦੀਆਂ ਨੇ। ਆਦਤਾਂ ਉਹੀ ਨੇ ਤੇ ਲੇਕਿਨ ਉਹਨਾਂ ਦਾ ਰੂਪ ਜਿਹੜਾ ਹੈ ਉਹ ਬਦਲਦਾ ਰਹਿੰਦਾ ਹੈ। ਅੱਜ ਕੱਲ ਜਿਹੜੀਆਂ ਚੋਰੀਆਂ ਨੇ, ਇਲੈਕਟ੍ਰੋਨਿਕ ਮੀਡੀਆ ਹੈ, ਤਾਂ ਇੱਥੇ ਲੋਕ ਕਿਵੇਂ ਲੋਕਾਂ ਦੇ ਖਾਤੇ ਹੈਕ ਕਰਦੇ ਨੇ। ਜਿਵੇਂ ਕਲਾਸ ਦੇ ਵਿੱਚ ਆਪ ਪਿੱਛੇ ਗੱਲਾਂ ਕਰਦੇ ਵੀ ਰਹੇ ਹੋ ਕਿ ਇਸ ਢੰਗ ਦੇ ਨਾਲ ਉਹ ਤੁਹਾਨੂੰ ਕਹਿੰਦੇ ਨੇ ਵੀ 1 ਰੁਪਿਆ ਤੁਸੀਂ ਆਪਣੇ ਖਾਤੇ ਵਿੱਚ ਚੈੱਕ ਕਰੋ, ਅਸੀਂ ਪਾ ਰਹੇ ਹਾਂ, ਜੇ ਕਨਵਰਟ ਹੋ ਗਏ ਤੇ ਇੰਨੇ ਪੈਸੇ, ਤੋਂ ਪੂਰੇ ਦਾ ਪੂਰਾ ਖਾਤਾ ਹੀ ਖਾਲੀ ਕਰ ਦਿੰਦੇ ਨੇ। ਤਾਂ ਐਸੇ ਲੋਕ ਜਿਹੜੇ ਨੇ ਜ਼ਮੀਰ ਦੇ ਮਰੇ ਹੋਏ ਨੇ, ਉਹਨਾਂ ਨੂੰ ਜਿਉਂਦੇ ਨਹੀਂ ਕਿਹਾ ਜਾ ਸਕਦਾ। ਇਸ ਲਈ ਜਿਉਂਦੇ ਇਨਸਾਨ ਉਹ ਨੇ ਜਿਨ੍ਹਾਂ ਦੇ ਅੰਦਰ ਇਨਸਾਨੀਅਤ ਹੈ। ਤੇ ਜਿਹੜੇ ਐਸੇ ਮਰੀ ਜ਼ਮੀਰ ਵਾਲੇ ਲੋਕ ਨੇ, ਜਿਹੜੇ ਐਸੇ ਕਰਮ ਕਰਦੇ ਨੇ, ਕੋਈ ਵੀ 2 ਨੰਬਰ ਦਾ ਧੰਦਾ ਕਰਦਾ ਹੈ, ਚੋਰੀ ਹੈ, ਰਿਸ਼ਵਤਖੋਰੀ ਹੈ, ਬੇਈਮਾਨੀ ਹੈ, ਚੁਗਲੀਆਂ ਨੇ, ਬਦਖੋਈ ਹੈ, ਕਿਸੇ ਦੇ ਘਰ ਨੂੰ ਪਾੜਨਾ ਹੈ, ਤਾਂ ਮਰੀ ਹੋਈ ਜ਼ਮੀਰ ਹੈ। ਐਸੇ ਲੋਕਾਂ ਕਰਕੇ ਇਸ ਦੁਨੀਆ ਦੇ ਅੰਦਰ ਦੁੱਖ ਨੇ। ਐਸੀ ਲੋਕਾਂ ਦੀ ਸੋਚ ਕਰਕੇ ਇਸ ਦੁਨੀਆ ਦੇ ਅੰਦਰ ਦੁਖਾਂਤ ਵਾਪਰਦੇ ਨੇ। ਅਗਲਾ ਬਚਨ ਭਗਤ ਕਬੀਰ ਜੀ ਕਰਦੇ ਨੇ, ਕਬੀਰ ਚੰਦਨ ਕਾ ਬਿਰਵਾ ਭਲਾ ਬੇੜਿਓ ਢਾਕ ਪਲਾਸ। ਬੇੜਿਓ ਢਾਕ ਪਲਾਸ ਇੱਥੇ ਢਾੜੇ ਦੇ ਥੱਲੇ ਜਮਕੀ ਹੈ, ਇਹਨੂੰ ਹਲੰਤ ਕਹਿੰਦੇ ਨੇ। ਤਾਂ ਇਹ ਚੌਥਾ ਹਿੱਸਾ ਹਾਹੇ ਦਾ ਆਵਾਜ਼ ਦੇਵੇਗੀ।
थोड़ा जिहा अडाले नूं भारा करांगे बेड़ियो। कबीर चंदन का बिरवा भला, बेड़ियो ढाक पलास। ओए पी चंदन होए रहे, बसे जो चंदन पास। बिरवा का मतलब पेड़, रुख, दरखत। बेड़ियो का मतलब वेड़िया होया, घिरिया होया। ते ढाक पलास का मतलब है छिछरा। इधर राजस्थान दे विच भरतपुर अलवर, इधर उन्होंने छिछरे नूं ढाक कहंदे ने। ढाक पलास का मतलब पला, छिछरा। कबीर जी कहंदे ने कि चंदन का निक्का जिहा बूटा है, ਉਹਨੂੰ ਚੰਗਾ ਸਮਝੋ, ਭਾਵੇਂ ਉਹ ਢਾਕ ਪਲਾ ਛਿਛਰਿਆਂ ਦੇ ਪੇਡਾਂ ਦੇ ਨਾਲ ਘਿਰਿਆ ਹੋਵੇ, ਉਹਦੇ ਚਾਰ ਚਫੇਰੇ ਛਿਛਰੇ ਹੋਣ। ਹੁਣ ਛਿਛਰਾ ਹੈ, ਉਹਦਾ ਲੱਕੜ ਜਿਹੜੀ ਹੈ ਕਿਸੇ ਕੰਮ ਨਹੀਂ ਆਉਂਦੀ, ਕਰੀਬ ਕਰੀਬ ਬਾਲਣ ਦੀ ਕੰਮ ਆਉਂਦੀ ਹੈ। ਛਿਛਰੇ ਦੀ ਲੱਕੜ ਤੋਂ ਕੋਈ ਫਰਨੀਚਰ ਵਗੈਰਾ ਨਹੀਂ ਬਣਾਇਆ ਜਾ ਸਕਦਾ, ਫੋਕੀ ਜੀ ਹੁੰਦੀ ਹੈ ਲੱਕੜ। ਤਾਂ ਬੇਸ਼ੱਕ ਛਿਛਰੇ ਦੇ ਪੇਡਾਂ ਦੇ ਨਾਲ ਘੇਰਿਆ ਹੋਵੇ, ਚੰਦਨ ਦਾ ਛੋਟਾ ਜਿਹਾ ਬਿਰਵਾ, ਛੋਟਾ ਜਿਹਾ ਪੇੜ ਚੰਗਾ ਹੈ, ਭਲਾ ਹੈ। ਬੇਸ਼ੱਕ ਉਹ ਛੋਟਾ ਹੈ ਤੇ ਬੇਸ਼ੱਕ ਉਹ ਚਾਰ ਚਫੇਰੇ ਵੱਡੇ ਵੱਡੇ ਛਿਛਰੇ ਪਲਾਹ ਦੇ ਬੂਟਿਆਂ ਦੇ ਨਾਲ ਘਿਰਿਆ ਹੋਇਆ ਹੈ। ਹੁਣ ਉਹਦੇ ਵਿੱਚ ਇੱਕ ਵਡਿਆਈ ਹੈ। ਓਏ ਪੀ ਚੰਦਨ ਹੋਏ ਰਹੇ, ਬਸੇ ਜੋ ਚੰਦਨ ਪਾਸ। ਓਏ ਦਾ ਮਤਲਬ ਉਹ ਢਾਕ ਪਲਾਹ ਦੇ ਰੁੱਖ, ਜੋ ਦਾ ਮਤਲਬ ਜਿਹੜੇ, ਬਸੇ ਦਾ ਮਤਲਬ ਵਸਦੇ ਨੇ, ਉੱਗੇ ਹੋਏ ਨੇ, ਪਾਸ ਦਾ ਮਤਲਬ ਨੇੜੇ। ਕਿਉਂਕਿ ਉਹ ਢਾਕ ਪਲਾਹ ਵਰਗੇ ਨਿਕੰਮੇ ਰੁੱਖ ਵੀ ਜੋ ਚੰਦਨ ਦੇ ਰੁੱਖ ਦੇ ਨਜ਼ਦੀਕ ਹੁੰਦੇ ਨੇ ਨਾ, ਪੇੜ ਦੇ, ਉਹ ਵੀ ਚੰਦਨ ਵਰਗੇ ਹੋ ਜਾਂਦੇ ਨੇ। ਯਾਨੀ ਉਹਨਾਂ ਦੇ ਅੰਦਰ ਚੰਦਨ ਦੀ ਸੁਗੰਧ ਆ ਜਾਂਦੀ ਹੈ, ਉਹਨਾਂ ਦੇ ਅੰਦਰ ਵੀ ਚੰਦਨ ਦੀ ਖੁਸ਼ਬੂ ਪੈਦਾ ਹੋ ਜਾਂਦੀ ਹੈ। ਤਾਂ ਇਹਦਾ ਮਤਲਬ ਇਹ ਹੋਇਆ ਕਿ ਬੇਸ਼ੱਕ ਕਿਸੇ ਦਾ ਕੱਦ ਕਾਠ ਛੋਟਾ ਹੈ, ਲੇਕਿਨ ਉਹਦੇ ਅੰਦਰ ਸ਼ੁਭ ਗੁਣ ਨੇ। ਚੰਦਨ ਦੇ ਅੰਦਰ ਸ਼ੀਤਲਤਾ ਹੈ, ਚੰਦਨ ਦੇ ਅੰਦਰ ਸੁਗੰਧ ਹੈ, ਤੇ ਉਹ ਨਿੱਕਾ ਜਿਹਾ ਪੇੜ ਵੀ ਸੁਗੰਧ ਵੰਡ ਰਿਹਾ ਹੈ। ਜਿਹੜੇ ਰੁੱਖ ਦਰਖਤ ਚੰਦਨ ਦੇ ਨਜ਼ਦੀਕ ਹੁੰਦੇ ਨੇ, ਉਹਨਾਂ ਦੇ ਅੰਦਰ ਵੀ ਜਦੋਂ ਤੁਸੀਂ ਉਹਨਾਂ ਨੂੰ ਨੇੜੇ ਹੋ ਕੇ ਸੁੰਘੋਗੇ ਤੇ ਚੰਦਨ ਵਰਗੀ ਖੁਸ਼ਬੂ ਉਹਨਾਂ ਦੇ ਅੰਦਰ ਵੀ ਪੈਦਾ ਹੋ ਜਾਏਗੀ। ਤਾਂ ਕਬੀਰ ਜੀ ਸਾਨੂੰ ਇੱਕ ਐਸਾ ਉਪਦੇਸ਼ ਦੇ ਰਹੇ ਨੇ ਕਿ ਤੁਸੀਂ ਇਸ ਦੁਨੀਆ ਦੇ ਅੰਦਰ ਚੰਦਨ ਵਰਗੇ ਬਣ ਕੇ ਰਹੋ। ਹੰਕਾਰੀ ਬਣਨ ਦੀ ਲੋੜ ਨਹੀਂ, ਨਿਮਰਤਾ ਦੇ ਵਿੱਚ ਰਹੋ। ਮਿੱਠਤ ਨੀਵੀਂ ਨਾਨਕਾ, ਗੁਣ ਚੰਗਿਆਈਆਂ ਤਤ। ਹੁਣ ਢਾਕ ਪਲਾਹ ਦਾ ਕੱਦ ਬੜਾ ਉੱਚਾ ਹੈ, ਤਣਾ ਉਹਦਾ ਮੋਟਾ ਹੈ, ਲੇਕਿਨ ਉਹ ਲੱਕੜ ਵਗੈਰਾ ਉਹ ਕਿਸੇ ਕੰਮ ਦੀ ਨਹੀਂ, ਨਾ ਉਹਦੇ ਤੇ ਕੋਈ ਫਲ ਹੈ, ਨਾ ਉਹਦੇ ਫੁੱਲ ਹੀ ਕਿਸੇ ਕੰਮ ਆਉਂਦੇ ਨੇ, ਨਾ ਹੀ ਉਹਦੀ ਲੱਕੜ ਕਿਸੇ ਕੰਮ ਆ ਰਹੀ ਹੈ। ਤਾਂ ਉਸ ਉਚਾਈ ਦਾ ਫਾਇਦਾ ਨਾ ਹੋਇਆ ਜੋ ਕਿਸੇ ਦੇ ਕੰਮ ਨਹੀਂ ਆਉਂਦਾ। ਜੇ ਅਸੀਂ ਇਸ ਦੁਨੀਆ ਵਿੱਚ ਰਹਿ ਕੇ ਕਿਸੇ ਦੇ ਕੰਮ ਨਹੀਂ ਆਏ, ਸਮਾਜ ਨੂੰ ਅਸੀਂ ਜੇ ਕੋਈ ਦੇਣ ਨਹੀਂ ਦਿੱਤੀ, ਤਾਂ ਅਸੀਂ ਜੇ ਇਸ ਦੁਨੀਆ ਵਿੱਚ ਆਏ ਤੇ ਇਸ ਦੁਨੀਆ ਵਿੱਚ ਨਾ ਆਏ, ਸਗੋਂ ਅਸੀਂ ਇਸ ਦੁਨੀਆ ਵਿੱਚ ਨਿਕੰਮੀ ਜ਼ਿੰਦਗੀ ਬਤੀਤ ਕੀਤੀ। ਈਰਖਾ, ਦਵੇਸ਼, ਵੈਰ ਵਿਰੋਧ, ਜਾਤੀਵਾਦ, ਕਿੰਨੇ ਸਾਰੇ ਵਿਕਾਰ ਇਹ ਬੰਦਿਆਂ ਨੇ ਫੈਲਾਏ ਨੇ। ਤਾਂ ਸਾਡੇ ਆਉਣ ਦਾ ਕੋਈ ਬਹੁਤਾ ਲਾਭ ਨਾ ਹੋਇਆ, ਨੁਕਸਾਨ ਹੋਇਆ ਜੇ ਅਸੀਂ ਢਾਕ ਪਲਾਸ ਵਰਗੇ ਬਣ ਕੇ ਜੀਂਦੇ ਹਾਂ। ਪਰ ਜੇ ਕੋਈ ਚੰਦਨ ਵਰਗਾ ਬਣ ਕੇ ਜੀਂਦਾ ਹੈ, ਤਾਂ ਉਹਦਾ ਇਸ ਸੰਸਾਰ ਦੇ ਉੱਤੇ ਆਉਣ ਦਾ ਲਾਭ ਹੈ। ਇੱਕ ਤੇ ਉਹ ਖੁਦ ਵੀ ਸ਼ੀਤਲ ਹੈ, ਸ਼ਾਂਤ ਹੈ, ਦੂਜਾ ਉਹ ਲੋਕਾਂ ਨੂੰ ਵੀ ਸ਼ਾਂਤੀ ਦੇ ਰਿਹਾ ਹੈ। ਜੇ ਚੰਦਨ ਦੀ ਲੱਕੜ ਤੁਸੀਂ ਰਗੜ ਕੇ ਹੱਥ ਪੈਰਾਂ ਤੇ ਮੱਥੇ ਆਦਿਕ ਤੇ ਲਗਾਓਗੇ ਤੇ ਸ਼ੀਤਲ ਹੈ, ਉਹ ਠੰਡਕ ਹੈ, ਦਵਾਈਆਂ ਵਿੱਚ ਵੀ ਵਰਤੀ ਜਾਂਦੀ ਹੈ। ਔਰ ਦੂਜੇ ਨੰਬਰ ਤੇ ਉਹਦੇ ਵਿੱਚ ਸੁਗੰਧ ਹੈ। ਤਾਂ ਐਸੀ ਜ਼ਿੰਦਗੀ ਜੀਵੋ ਕਿ ਦੁਨੀਆ ਨੂੰ ਤੁਸੀਂ ਸ਼ੀਤਲਤਾ ਦੇ ਸਕੋ, ਦੁਨੀਆ ਨੂੰ ਤੁਸੀਂ ਸੁੱਖ ਦੇ ਸਕੋ, ਔਰ ਤੁਹਾਡੇ ਕੋਲੋਂ ਗੁਣਾਂ ਦੀ ਸੁਗੰਧ ਲੈ ਕੇ ਤੁਹਾਡੇ ਵਰਗੇ ਹੋਰ ਲੋਕ ਪੈਦਾ ਹੋ ਜਾਣ। ਤਾਂ ਸਾਡੇ ਜੀਵਨ ਦਾ ਲਾਭ ਹੈ ਕਿ ਕੋਈ ਸਾਡੇ ਵਰਗਾ ਬਣਨਾ ਚਾਹੇ, ਐਸੀ ਕੁਆਲਿਟੀ ਪੇਸ਼ ਕਰਨੀ ਹੈ, ਆਈਡੀਅਲ ਪਰਸਨ ਹੋ ਕੇ ਜੀਣਾ ਹੈ, ਰੋਲ ਮਾਡਲ ਬਣ ਕੇ ਜੀਣਾ ਹੈ, ਚੰਦਨ ਵਰਗੇ ਬਣ ਕੇ ਜੀਣਾ ਹੈ। ਤਾਂ ਇਸ ਲਈ ਗੁਰੂ ਜੀ ਸਾਨੂੰ ਇਹ ਵੀ ਨਾਲ ਸਮਝਾ ਰਹੇ ਨੇ ਕਿ ਐਸਿਆਂ ਲੋਕਾਂ ਦੀ ਸੰਗਤ ਕਰਨੀ ਹੈ। ਜਦੋਂ ਚੰਗੇ ਲੋਕਾਂ ਦੀ ਸੰਗਤ ਕਰੋਗੇ ਤਾਂ ਮਾੜੇ ਲੋਕ ਵੀ ਚੰਗੇ ਬਣ ਜਾਂਦੇ ਨੇ। ਇਸ ਲਈ ਨਿਮਰਤਾ ਦੇ ਵਿੱਚ ਰਹਿ ਕੇ ਸੁੱਖ ਔਰ ਸ਼ਾਂਤੀ ਵਾਲੀ ਜ਼ਿੰਦਗੀ ਜੀਣੀ ਔਰ ਆਪਣੇ ਜੀਵਨ ਨੂੰ ਸਫਲ ਕਰਨਾ ਹੈ। ਨਾਲ ਹੁਣ ਅਗਲੇ ਸ਼ਲੋਕ ਦੇ ਅੰਦਰ ਜ਼ਿੰਦਗੀ ਦੀ ਇੱਕ ਉਕਾਈ ਵੱਲ ਵੀ ਧਿਆਨ ਦਿਵਾ ਰਹੇ ਨੇ। ਕਬੀਰ ਬਾਂਸ ਬਡਾਈ ਬੂਢਿਆ,
ਇਉਂ ਮਤ ਡੂਬਹੁ ਕੋਏ, ਚੰਦਨ ਕੈ ਨਿਕਟੇ ਬਸੈ, ਬਾਂਸ ਸੁਗੰਧ ਨਾ ਹੋਏ। ਹੁਣ ਕਬੀਰ ਜੀ ਕਹਿ ਰਹੇ ਨੇ ਕਿ ਜੋ ਬਾਂਸ ਹੈ, ਵਡਾਈ ਦਾ ਮਤਲਬ ਆਪਣੇ ਹੰਕਾਰ ਕਰਕੇ ਉੱਚਾ ਲੰਮਾ ਹੋਣ ਦੇ ਮਾਣ ਵਿੱਚ ਬਾਂਸ ਜਿਹੜਾ ਹੈ ਉੱਚਾ ਲੰਮਾ ਹੈ। ਬੂਢਿਆ ਦਾ ਮਤਲਬ ਡੁੱਬਿਆ ਹੋਇਆ ਜਾਣੋ। ਕੋਈ ਦਾ ਮਤਲਬ ਤੁਸੀਂ ਕੋਈ ਧਿਰ। ਇਉਂ ਦਾ ਮਤਲਬ ਇਸ ਤਰ੍ਹਾਂ। ਮਤ ਡੂਬੋ ਦਾ ਮਤਲਬ ਨਾ ਡੁੱਬ ਜਾਣਾ। ਕਬੀਰ ਜੀ ਕਹਿੰਦੇ ਨੇ ਕਿ ਬਾਂਸ ਦਾ ਬੂਟਾ ਉੱਚਾ ਲੰਮਾ ਹੋਣ ਦੇ ਮਾਣ ਵਿੱਚ ਡੁੱਬਿਆ ਹੋਇਆ ਹੈ। ਇਉਂ ਮਤ ਡੁੱਬੋ ਕੋਏ, ਤੁਸੀਂ ਉਸ ਬਾਂਸ ਦੀ ਤਰ੍ਹਾਂ ਆਪਣੇ ਹੰਕਾਰ ਵਿੱਚ ਡੁੱਬ ਨਾ ਜਾਇਓ, ਆਪਣੀ ਜ਼ਿੰਦਗੀ ਨੂੰ ਬਰਬਾਦ ਨਾ ਕਰ ਲਿਓ। ਜੋ ਜੀਵਨ ਦੇ ਅੰਦਰ ਲਾਭ ਲੈ ਸਕਦੇ ਹੋ, ਉਸ ਲਾਭ ਤੋਂ ਵਾਂਝੇ ਨਾ ਰਹਿ ਜਾਇਓ। ਕਿਉਂ? ਕਿਵੇਂ? ਚੰਦਨ ਕੈ ਨਿਕਟੇ ਬਸੈ, ਬਾਂਸ ਸੁਗੰਧ ਨਾ ਹੋਏ। ਜਿਹੜੇ ਬਾਂਸ ਨੇ ਨਾ, ਜੇ ਚੰਦਨ ਦੇ ਪੇੜ ਦੇ ਨਜ਼ਦੀਕ ਵੀ ਹੋਣ ਤੇ ਬਾਂਸ ਦੇ ਪੇੜ ਦੇ ਅੰਦਰ ਸੁਗੰਧ ਪੈਦਾ ਨਹੀਂ ਹੁੰਦੀ, ਖੁਸ਼ਬੂ ਪੈਦਾ ਨਹੀਂ ਹੁੰਦੀ, ਜਿਹਦਾ ਕਾਰਨ ਵਿਗਿਆਨਿਕ ਤੇ ਦੱਸਦੇ ਨੇ ਕਿ ਉਸ ਦੇ ਉੱਤੇ ਲੇਅਰ ਹੈ ਜਿਹਦੇ ਕਰਕੇ ਉਹਦੇ ਅੰਦਰ ਸੁਗੰਧ ਨਹੀਂ ਜਾਂਦੀ। ਬਾਂਸ ਦੇ ਵਿੱਚ ਖੁਸ਼ਬੂ ਪੈਦਾ ਨਹੀਂ ਹੁੰਦੀ। ਹੁਣ ਇੱਥੇ ਇੱਕ ਪ੍ਰਮਾਣ ਲੈ ਰਹੇ ਨੇ ਕੇਵਲ ਕਿ ਬਾਂਸ ਉੱਚੇ ਲੰਮੇ ਹੋਣ ਦੇ ਈਗੋ ਦੇ ਵਿੱਚ ਹੀ ਡੁੱਬ ਗਿਆ, ਤੇ ਤੁਸੀਂ ਆਪਣੇ ਹੰਕਾਰ ਕਰਕੇ ਡੁੱਬ ਨਾ ਜਾਇਓ। ਜੇ ਕੋਈ ਨੀਵਾਂ ਹੈ, ਛੋਟਾ ਹੈ ਤੁਹਾਡੇ ਤੋਂ, ਔਰ ਉਹਦੇ ਅੰਦਰ ਜੇਕਰ ਖੂਬੀਆਂ ਨੇ, ਉਹਨਾਂ ਖੂਬੀਆਂ ਤੋਂ ਵਾਂਝੇ ਰਹਿ ਜਾਓਗੇ ਜੇ ਈਗੋ ਦੇ ਵਿੱਚ ਰਹੋਗੇ। ਔਰ ਆਮ ਬੰਦਾ ਜਿਹੜਾ ਹੈ ਆਪਣੀ ਈਗੋ ਕਰਕੇ ਆਪਣੀ ਜ਼ਿੰਦਗੀ ਨੂੰ ਤਬਾਹ ਕਰ ਲੈਂਦਾ ਹੈ। ਈਗੋ ਦੇ ਦੋਵੇਂ ਰੂਪ ਆਪਾਂ ਰੋਜ਼ ਵਿਚਾਰ ਕਰ ਰਹੇ ਹਾਂ, ਚੀਜ਼ਾਂ ਇਹਨਾਂ ਚੀਜ਼ਾਂ ਦੇ ਨਾਲ ਰਿਲੇਟਿਡ ਨੇ ਔਰ ਸਾਨੂੰ ਸਮਝਣ ਦੀ ਲੋੜ ਹੈ ਔਰ ਇਹਨਾਂ ਚੀਜ਼ਾਂ ਤੇ ਅਮਲ ਕਰਨ ਦੀ ਲੋੜ ਹੈ, ਜਿਸ ਕਰਕੇ ਅਸੀਂ ਜ਼ਿੰਦਗੀ 'ਚ ਵਿਕਾਸ ਕਰ ਸਕੀਏ। ਹੁਣ ਇਨਫੀਰੀਓਰਿਟੀ ਕੰਪਲੈਕਸ ਜੋ ਹੈ, ਜਿਨ੍ਹਾਂ ਦੇ ਅੰਦਰ ਉਹ ਹੋਏਗਾ, ਉਹ ਵੀ ਗੁਣੀ ਬੰਦੇ ਦੀ ਸੰਗਤ ਦੇ ਵਿੱਚ ਰਹਿੰਦਿਆਂ ਵੀ ਉਹ ਲਾਭ ਨਹੀਂ ਨਾ ਲੈ ਸਕਣਗੇ, ਉਹ ਆਪਣੇ ਜੀਵਨ ਨੂੰ ਰੋਗੀ ਕਰ ਲੈਣਗੇ। ਇਸ ਲਈ ਐਸੇ ਲੋਕਾਂ ਨੂੰ ਵੀ ਲਾਭ ਲੈਣਾ ਚਾਹੀਦਾ ਹੈ। ਤੇ ਜਿਹੜੇ ਸੁਪਰੀਓਰਿਟੀ ਕੰਪਲੈਕਸ ਦੇ ਸ਼ਿਕਾਰ ਨੇ ਕਿ ਮੈਂ ਹੀ ਸਭ ਕੁਛ ਹਾਂ, ਉਹ ਵੀ ਕੁਝ ਨਵਾਂ ਸਿੱਖ ਨਹੀਂ ਪਾਣਗੇ, ਕਿਉਂਕਿ ਉਹਨਾਂ ਨੂੰ ਵੀ ਕਿ ਮੈਂ ਹੀ ਸਿਆਣਾ ਹਾਂ, ਦੂਜਾ ਹੈ ਹੀ ਨਹੀਂ। ਫਾਰ ਐਗਜ਼ਾਮਪਲ, ਹੁਣ ਮੈਂ ਹੀ ਹਾਂ, ਮੇਰੀ ਉਮਰ 60-62 ਸਾਲ ਹੋ ਗਈ। ਮੰਨ ਲਓ ਮੈਨੂੰ ਕੰਪਿਊਟਰ ਚਲਾਉਣਾ ਨਹੀਂ ਆਉਂਦਾ, ਤੇ ਇੱਕ 10-12 ਸਾਲ ਦਾ ਬੱਚਾ ਕੰਪਿਊਟਰ ਦਾ ਮਾਸਟਰ ਹੈ, ਚੰਗਾ ਕੰਪਿਊਟਰ ਜਾਣਦਾ ਹੈ, ਤਾਂ ਮੈਂ ਉਹਦੇ ਤੋਂ ਸਿੱਖ ਸਕਦਾ ਹਾਂ ਨਾ। ਪਰ ਜੇ ਮੈਂ ਇਹ ਕਹਾਂ ਕਿ ਮੈਂ 60 ਸਾਲ ਦਾ ਤੇ ਇਹ ਬੱਚਾ 10 ਸਾਲ ਦਾ, ਤੇ ਮੈਂ ਇਹਦੇ ਕੋਲ ਕਿਉਂ ਸਿੱਖਾਂ, ਮੈਂ ਆਪਣੀ ਏਜ ਦਾ ਹੰਕਾਰ ਲਵਾਂ, ਮਾਣ ਕਰਾਂ, ਤਾਂ ਮੈਂ ਕਦੇ ਵੀ ਨਹੀਂ ਸਿੱਖ ਪਾਵਾਂਗਾ। ਇਸ ਲਈ ਮੈਂ ਤਾਂ ਸਿੱਖ ਸਕਣਾ ਕਿ ਮੈਂ ਇਸ ਏਜ ਨੂੰ ਪਾਸੇ ਰੱਖਦਿਆਂ ਤੇ ਮੈਂ ਇੱਕ ਸਟੂਡੈਂਟ ਬਣ ਜਾਵਾਂ 10 ਸਾਲ ਦੇ ਬੱਚੇ ਦਾ, ਤਾਂ ਮੈਂ ਸਿੱਖ ਸਕਣਾ। ਤੇ ਜੇ ਮੇਰੇ ਅੰਦਰ ਇਹ ਉਮਰ ਦਾ ਹੰਕਾਰ ਰਹੇਗਾ, ਮੈਂ ਕਦੇ ਵੀ ਨਹੀਂ ਸਿੱਖ ਪਾਵਾਂਗਾ ਨਾ। ਤੇ ਜਦੋਂ ਬੰਦਾ ਇਹ ਸਮਝ ਲੈਂਦਾ ਹੈ ਕਿ ਮੈਂ ਹੀ ਸਿਆਣਾ ਹਾਂ, ਮੈਂ ਹੀ ਵੱਡਾ ਹਾਂ, ਮੈਂ ਹੀ ਮਹਾਨ ਹਾਂ, ਐਸਾ ਬੰਦਾ ਵੀ ਜ਼ਿੰਦਗੀ 'ਚ ਕਦੇ ਕਾਮਯਾਬ ਨਹੀਂ ਹੁੰਦਾ। ਇਸ ਲਈ ਜਿੱਥੋਂ ਵੀ ਸਾਨੂੰ ਗੁਣ ਮਿਲਣ, ਸਾਨੂੰ ਗੁਣ ਲੈਣੇ ਚਾਹੀਦੇ ਨੇ। ਔਰ ਜਿਸ ਇਨਸਾਨ ਦੇ ਅੰਦਰ ਕੋਈ ਗੁਣ ਹੈ, ਸਾਨੂੰ ਆਪਣੀ ਈਗੋ ਕਰਕੇ ਔਰ ਈਰਖਾ ਕਰਕੇ ਉਸ ਬੰਦੇ ਦੇ ਗੁਣ ਨੂੰ ਨਕਾਰਨਾ ਨਹੀਂ ਚਾਹੀਦਾ, ਉਹਦੇ ਗੁਣ ਦੀ ਸਿਫਤ ਕਰਨੀ ਚਾਹੀਦੀ ਹੈ, ਉਹਦੇ ਗੁਣਾਂ ਤੋਂ ਸਾਨੂੰ ਲਾਭ ਉਠਾਉਣਾ ਚਾਹੀਦਾ ਹੈ। ਆਮ ਇਨਸਾਨ ਇਸੇ ਕਰਕੇ ਗੁਰਮਤ ਦਾ ਧਾਰਨੀ ਨਹੀਂ ਹੋ ਪਾਇਆ, ਜੀਵਨ ਦੇ ਅੰਦਰ ਵਿਕਾਸ ਨਹੀਂ ਕਰ ਪਾਇਆ, ਕਿਉਂਕਿ ਕਿਤੇ ਨਾ ਕਿਤੇ ਇਹਨੂੰ ਈਗੋ ਰੋਕ ਰਹੀ ਹੈ। ਮਿਸਾਲ ਵਜੋਂ ਅਸੀਂ ਗੁਰਬਾਣੀ ਮੁਤਾਬਕ ਜ਼ਿੰਦਗੀ ਕਿਉਂ ਨਹੀਂ ਜੀ ਪਾਏ? ਉਹਦਾ ਕਾਰਨ ਕਿਤੇ ਨਾ ਕਿਤੇ ਸਾਡੀ ਸੂਖਸ਼ਮ ਈਗੋ ਹੈ, ਸੂਖਸ਼ਮ ਹੰਕਾਰ ਹੈ। ਅਸੀਂ ਗੁਰਬਾਣੀ ਦੇ ਬਚਨਾਂ ਨੂੰ ਮੰਨਿਆ ਨਹੀਂ। ਮੰਨ ਲਓ ਜਿਵੇਂ ਬਹੁਤ ਸਾਰੇ ਲੋਕਾਂ ਨੇ ਕਬਰਾਂ ਆਦਿ ਬਣਾਈਆਂ ਹੋਈਆਂ ਨੇ ਘਰਾਂ ਵਿੱਚ, ਇੰਡੀਆ ਵਿੱਚ ਜਾਓ ਕਿੰਨੀਆਂ ਕਬਰਾਂ ਨੇ, ਸਾਡੇ ਜਠੇਰੇ ਨੇ ਜੀ, ਉਹਨਾਂ ਤੇ ਦੀਵਾ ਜਗਾਣਾ ਹੈ, ਕੋਈ ਪੀਰ ਦੀ ਕਬਰ ਹੈ, ਕੋਈ 2 ਇੱਟਾਂ ਲਿਆ ਕੇ ਕੋਈ ਰੱਖੀ ਬੈਠਾ ਹੈ। ਹੁਣ ਗੁਰੂ ਜੀ ਸਾਨੂੰ ਕਹਿੰਦੇ ਨੇ ਕਿ ਇਹ ਮੜੀਆਂ ਮਸਾਣਾ ਕੁਛ ਨਹੀਂ, ਇਹ ਭੂਤ ਪ੍ਰੇਤ ਕੁਛ ਨਹੀਂ, ਇਹ ਕੇਵਲ ਵਹਿਮ ਨੇ, ਕੱਖ ਵੀ ਨਹੀਂ ਹੈ ਇਹ। ਹਰ ਬਿਨ ਹੋਰ ਨਾ ਪੂਜੋ, ਮੜੇ ਮਸਾਨ ਨਾ ਜਾਈ, ਤ੍ਰਿਸ਼ਨਾ ਰਾਚ ਨਾ ਪਰ ਕਰ ਜਾਵਾਂ, ਤ੍ਰਿਸ਼ਨਾ ਨਾਮ ਬੁਝਾਈ। ਤਾਂ ਜੇ ਅਸੀਂ ਆਪਣੀ ਈਗੋ ਨੂੰ ਛੱਡ ਦਿੱਤਾ ਹੁੰਦਾ ਨਾ, ਫਿਰ ਸਾਨੂੰ ਸਮਝ ਹੋਣੀ ਸੀ ਕਿ ਗੁਰੂ ਜੀ ਜੋ ਕਹਿ ਰਹੇ ਨੇ ਉਹ ਬਿਲਕੁਲ ਠੀਕ ਕਹਿ ਰਹੇ ਨੇ। ਗੁਰੂ ਅਭੁੱਲ ਹੈ, ਮੈਂ ਭੁੱਲਣ ਵਿੱਚ ਹਾਂ, ਤਾਂ ਅਸੀਂ ਉਹ ਇੱਟਾਂ ਚੁੱਕ ਕੇ ਬਾਹਰ ਮਾਰਨੀਆਂ ਸੀ।
ਹੁਣ ਜਾਂ ਉਹਨਾਂ ਇੱਟਾਂ ਨੂੰ ਕਿਤੇ ਹੋਰ ਡੰਗਰਾਂ ਡੁੰਗਰਾਂ ਥੱਲੇ ਲਾ ਲੈਂਦੇ, ਕਿਤੇ ਆਪਣੇ ਬਾਥਰੂਮ 'ਚ ਲਗਾ ਲੈਂਦੇ, ਜਿੱਥੇ ਵੀ ਲੋੜ ਸੀ ਉੱਥੇ ਯੂਜ਼ ਕਰ ਲੈਂਦੇ। ਲੇਕਿਨ ਕਿਤੇ ਈਗੋ ਹੈ ਕਿ ਨਹੀਂ, ਗੁਰੂ ਜੀ ਗਲਤ ਹੋ ਸਕਦੇ ਨੇ, ਅਸੀਂ ਠੀਕ ਹਾਂ, ਜਾਂ ਸਾਡਾ ਬਾਬਾ ਠੀਕ ਹੈ, ਜਾਂ ਸਾਡਾ ਜੋਤਸ਼ੀ ਠੀਕ ਹੈ, ਤਾਂ ਕਿਤੇ ਆ ਗਈ ਨਾ ਈਗੋ। ਅਸੀਂ ਰੋਜ਼ ਸੁਣਦੇ ਹਾਂ, ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ। ਤਾਂ ਜੇ ਅਸੀਂ ਫਿਰ ਝੂਠ ਬੋਲਦੇ ਹਾਂ ਤਾਂ ਇਹਦਾ ਮਤਲਬ ਕਿਤੇ ਨਾ ਕਿਤੇ ਈਗੋ ਆ ਗਈ ਨਾ, ਕਿ ਗੁਰੂ ਜੀ ਨੂੰ ਭੁਲੇਖਾ ਲੱਗਾ ਹੈ ਵੀ ਐਵੇਂ ਸੱਚ ਬੋਲਣ ਵਾਸਤੇ ਕਹਿ ਰਹੇ ਨੇ ਤੇ ਬੋਲਣ ਦੀ ਕੀ ਲੋੜ ਹੈ। ਜੇ ਅਸੀਂ ਨਸ਼ਿਆਂ ਦੀ ਗੱਲ ਕਰੀਏ ਤਾਂ ਗੁਰੂ ਜੀ ਸਾਨੂੰ ਨਸ਼ਿਆਂ ਤੋਂ ਵਰਤਦੇ ਨੇ ਨਾ। ਤੇ ਜੇ ਅਸੀਂ ਗੁਰੂ ਦੇ ਬਚਨਾਂ ਨੂੰ ਮੰਨਿਆ ਹੁੰਦਾ, ਗੁਰੂ ਦੀ ਮੱਤ ਦੇ ਧਾਰਨੀ ਹੋਏ ਹੁੰਦੇ, ਤਾਂ ਫਿਰ ਇਹਨਾਂ ਨਸ਼ਿਆਂ ਤੋਂ ਅਸੀਂ ਖਹਿੜਾ ਛਡਾ ਲੈਣਾ ਸੀ। ਮਿਸਾਲ ਵਜੋਂ ਆਮ ਨੇ ਘਰਾਂ ਵਿੱਚ ਪਤੀ ਪਤਨੀ ਦੇ ਵਿਵਾਦ ਨੇ ਨਾ, ਤੇ ਜੇ ਅਸੀਂ ਗੁਰੂ ਦੀ ਗੱਲ ਨੂੰ ਮੰਨਿਆ ਹੁੰਦਾ, ਧੰਨ ਪੀਰ ਇਹ ਨਾ ਆਖੀਏ ਬਹਿਨ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ ਧੰਨ ਪੀਰ ਕਹੀਏ ਸੋਏ, ਤਾਂ ਘਰ ਕਿੰਨਾ ਸੁਹਾਵਣਾ ਹੋਣਾ ਸੀ। ਕਿ ਪਤੀ ਪਤਨੀ ਉਹਨੂੰ ਨਹੀਂ ਕਹਿੰਦੇ ਜਿਹੜੇ ਇੱਕ ਸਟੇਜ ਤੇ ਇਕੱਠੇ ਹੋ ਬੈਣ, ਪਤੀ ਪਤਨੀ ਉਸ ਨੂੰ ਕਹਿੰਦੇ ਨੇ ਜਿਨ੍ਹਾਂ ਦੀ ਸੋਚ ਇੱਕ ਹੋਵੇ, ਵੇਖਣ ਨੂੰ ਦੋ ਹੋਣ। ਜੇ ਅਸੀਂ ਗੁਰੂ ਜੀ ਦੇ ਇਹਨਾਂ ਬਚਨਾਂ ਨੂੰ ਮੰਨਿਆ ਹੁੰਦਾ ਤਾਂ ਕਿੰਨਾ ਸੁਹਾਵਣਾ ਜੀਵਨ ਹੋਣਾ ਸੀ ਪਤੀ ਪਤਨੀ ਦਾ। ਪਰ ਕਿਤੇ ਪਤੀ ਦੀ ਜਾਂ ਪਤਨੀ ਦੀ ਈਗੋ ਆ ਗਈ ਨਾ ਵਿੱਚ, ਕਿ ਗੁਰੂ ਜੀ ਨੇ ਤੇ ਐਵੇਂ ਲਿਖ ਦਿੱਤਾ, ਕੀ ਲੋੜ ਹੈ ਸਾਨੂੰ ਸੋਚ ਇੱਕ ਕਰਨ ਦੀ, ਤਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਡਾਂਗ ਖੜਕਦੀ ਹੈ ਨਾ। ਤਾਂ ਇਸੇ ਨੂੰ ਕਹਿੰਦੇ ਨੇ ਕਿ ਬਾਂਸ ਦੀ ਤਰ੍ਹਾਂ ਡੁੱਬ ਨਾ ਜਾਇਆ ਜੇ, ਆਪਣੇ ਜੀਵਨ ਨੂੰ ਵਿਅਰਥ ਨਾ ਕਰ ਲਿਓ। ਬਾਂਸ ਆਪਣੀ ਲੰਬਾਈ ਕਰਕੇ ਚੰਦਨ ਦੀ ਸੁਗੰਧ ਤੋਂ ਵਾਂਝਾ ਰਹਿ ਜਾਂਦਾ ਹੈ। ਕਿਤੇ ਤੁਸੀਂ ਵੀ ਆਪਣੀ ਈਗੋ ਕਰਕੇ ਇਹਨਾਂ ਗੁਣਾਂ ਤੋਂ ਵਾਂਝੇ ਨਾ ਰਹਿ ਜਾਇਓ। ਚੰਦਨ ਕੇ ਬਾਂਸ ਵਡਾਈ, ਕਬੀਰ ਬਾਂਸ ਵਡਾਈ ਬੂਟਿਆ, ਕਿਉਂ ਮਤ ਡੂਬੋ ਕੋਏ, ਐਵੇਂ ਨਾ ਡੁੱਬ ਜਾਇਓ। ਆਪਣੀ ਈਗੋ ਕਰਕੇ ਆਪਣੇ ਜੀਵਨ ਨੂੰ ਦੁਖੀ ਨਾ ਕਰ ਲਿਓ, ਐਵੇਂ ਵਿਕਾਰਾਂ ਵਿੱਚ ਨਾ ਡੁੱਬੇ ਰਹੋ। ਸਗੋਂ ਇਹਨਾਂ ਗੁਣਾਂ ਦੇ ਧਾਰਨੀ ਹੋਇਓ, ਨਿਮਰਤਾ ਵਿੱਚ ਰਹੋ। ਨਿਮਰਤਾ ਦੇ ਨਾਲ ਜਦੋਂ ਸੋਚੋਗੇ ਨਾ, ਠਰਮੇ ਦੇ ਨਾਲ, ਤਾਂ ਇਹ ਗੱਲ ਸਮਝ ਆ ਜਾਏਗੀ ਔਰ ਜੀਵਨ ਦੇ ਅੰਦਰ ਖੁਸ਼ੀਆਂ ਖੇੜੇ ਪ੍ਰਸੰਨਤਾ ਆ ਜਾਣਗੀਆਂ। ਤਾਂ ਇਸ ਤਰ੍ਹਾਂ ਕਬੀਰ ਜੀ ਕਹਿ ਰਹੇ ਨੇ ਕਿ ਜਿਵੇਂ ਬਾਂਸ ਚੰਦਨ ਦੇ ਨੇੜੇ ਹੁੰਦਿਆਂ ਸੁਗੰਧੀ ਤੋਂ ਹੀਣਾ ਰਹਿ ਜਾਂਦਾ ਹੈ, ਉਵੇਂ ਹੰਕਾਰੀ ਬੰਦਾ ਇਸ ਜ਼ਿੰਦਗੀ ਦੇ ਅੰਦਰ ਸੁੱਖਾਂ ਤੋਂ ਔਰ ਗੁਣਾਂ ਤੋਂ ਵਾਂਝਾ ਅਤੇ ਹੀਣਾ ਰਹਿ ਜਾਂਦਾ। ਕਬੀਰ ਦੀਨ ਗਵਾਇਆ ਦੁਨੀ ਸਿਉ, ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹਾਥ। ਇਹਨੂੰ ਆਪਣੇ ਨਹੀਂ ਪੜਨਾ, ਪੱਪੇ ਦੇ ਪੈਰ ਥੱਲੇ ਔਂਕੜ ਹੈ ਆਪਣੇ। ਤੇ ਪਾਏ ਕੁਹਾੜਾ ਜੋ ਹੈ, ਇਹਨੂੰ ਪਾਏ ਨਹੀਂ ਪੜਨਾ, ਪਾਏ ਪੜਨਾ ਹੈ, ਬਿੰਦੀ ਲਗਾ ਕੇ ਪਾਏ। ਪਾਏ ਦਾ ਮਤਲਬ ਹੁੰਦਾ ਪੈਰੀ। ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹਾਥ, ਆਪਣੇ ਹਾਥ। ਤਾਂ ਹੁਣ ਬੰਦਾ ਹੰਕਾਰੀ ਕਿਉਂ ਹੋਇਆ? ਤਾਂ ਕਬੀਰ ਜੀ ਕਹਿੰਦੇ ਨੇ ਦੀਨ ਦਾ ਮਤਲਬ ਮਜ਼ਹਬ, ਧਰਮ, ਜਿਹੜੇ ਆਪਣੇ ਫਰਜ਼ ਨੇ, ਜੋ ਆਪਣੀ ਜ਼ਿੰਦਗੀ ਹੈ। ਸਿਉਂ ਦਾ ਮਤਲਬ ਦੀ ਖਾਤਰ, ਦੁਨੀ ਦਾ ਮਤਲਬ ਦੁਨੀਆ, ਦੁਨੀਆ ਦਾ ਮਤਲਬ ਧਨ ਪਦਾਰਥ। ਕਬੀਰ ਜੀ ਕਹਿੰਦੇ ਨੇ ਕਿ ਗਾਫਲ ਮਨੁੱਖ ਨੇ ਦੁਨੀਆ ਦੇ ਧਨ ਪਦਾਰਥ ਦੀ ਖਾਤਰ ਆਪਣਾ ਦੀਨ ਵੀ ਗਵਾ ਲਿਆ, ਆਪਣੇ ਇਨਸਾਨੀਅਤ ਵੀ ਖਤਮ ਕਰ ਲਈ। ਦੁਨੀ ਨਾ ਚਾਲੀ ਸਾਥ। ਤੇ ਇਹ ਜਿਹੜੀ ਦੁਨੀਆ ਹੈ ਫਿਰ ਵੀ ਇਹਦੇ ਨਾਲ ਨਹੀਂ ਤੁਰੀ। ਦੁਨਿਆਵੀ ਪਦਾਰਥ ਵੀ ਇੱਕ ਤਾਂ ਨਾਲ ਨਹੀਂ ਜਾਂਦੇ, ਇੱਕ ਤਾਂ ਮਰਨ ਤੋਂ ਬਾਅਦ ਵੀ ਨਾਲ ਨਹੀਂ ਜਾਂਦੇ। ਤੇ ਜਦੋਂ ਅਸੀਂ ਮਰਨਾ ਹੈ ਉਦੋਂ ਕੱਲਿਆਂ ਹੀ ਮਰਨਾ ਪੈਣਾ ਹੈ। ਕੋ ਮਰੇ ਨਾ ਮੁਇਆ ਨਾਲੇ, ਸਾਡੇ ਮਾਂ-ਬਾਪ ਇਸ ਦੁਨੀਆ ਤੋਂ ਗਏ ਤਾਂ ਅਸੀਂ ਉਹਨਾਂ ਨੂੰ ਨਾ ਤੇ ਬਚਾ ਸਕੇ ਤੇ ਨਾ ਹੀ ਉਹਨਾਂ ਦੇ ਨਾਲ ਜਾ ਸਕੇ। ਜਦੋਂ ਅਸੀਂ ਮਰਾਂਗੇ ਸਾਡੇ ਬੱਚੇ ਵੀ ਨਾ ਤੇ ਸਾਡੇ ਨਾਲ ਜਾਣਗੇ ਤੇ ਨਾ ਹੀ ਸਾਨੂੰ ਬਚਾ ਸਕਣਗੇ, ਕਿਉਂਕਿ ਦੁਨੀਆ ਦਾ ਅਸੂਲ ਹੈ ਨਾ, ਇਹ ਤਾਂ ਜਿਹੜਾ ਜੰਮਿਆ ਹੈ ਉਹਨੇ ਮਰਨਾ ਹੈ। ਹੁਣ ਦੀਨ ਜਿਹੜਾ ਹੈ ਦੁਨੀਆ ਵਾਸਤੇ ਗਵਾਇਆ ਤੇ ਦੁਨੀਆ ਨਾਲ ਨਹੀਂ ਚੱਲੀ, ਦੁਨੀਆ ਦੇ ਵਿੱਚੋਂ ਸੁੱਖ ਮਿਲਿਆ ਨਹੀਂ। ਧਿਆਨ ਦੇਣ ਵਾਲੀ ਗੱਲ ਹੈ ਕਿ ਅਸੀਂ ਕਿੰਨੀਆਂ ਮਨਮਤਾਂ ਕੀਤੀਆਂ ਨੇ ਬੰਦੇ ਨੇ। ਲੋਭ ਵਿੱਚ ਫਸਿਆ ਹੈ, ਵਿਕਾਰਾਂ ਵਿੱਚ ਫਸਿਆ ਹੈ। ਕਾਦੇ ਵਾਸਤੇ? ਪਦਾਰਥਾਂ ਵਾਸਤੇ ਜਾਂ ਪਰਿਵਾਰ ਵਾਸਤੇ ਜਾਂ ਆਪਣੇ ਸਵਾਰਥ ਵਾਸਤੇ। ਤੇ ਕੀ ਇਹ ਵਿਕਾਰ ਸਾਡੇ ਨਾਲ ਚੱਲੇ ਨੇ, ਸਾਡੇ ਆਤਮਿਕ ਜੀਵਨ ਵਿੱਚ ਸਾਥ ਦਿੱਤਾ ਹੈ, ਜਾਂ ਇਹਨਾਂ ਵਿਕਾਰਾਂ ਦੇ ਨਾਲ ਅਸੀਂ ਸੁਖੀ ਔਰ ਸ਼ਾਂਤ ਹੋਏ ਹਾਂ? ਪਾਪ ਅਪਰਾਧ ਕਰ ਕਰਕੇ
ਜੇ ਕਿਸੇ ਨੇ ਬੜੀ ਜਾਇਦਾਦ ਇਕੱਠੀ ਕਰ ਲਈ ਹੈ, ਜਾਂ ਉਹਨੇ ਬੜੇ ਵੱਡੇ ਮਕਾਨ ਬਣਾ ਲਏ ਨੇ, ਜਾਂ ਬੈਂਕ ਬੈਲੈਂਸ ਬਣਾ ਲਿਆ ਹੈ, ਮੈਂ ਦਸਾਂ ਨਵਾਂ ਦੀ ਕਿਰਤ ਵਾਲਿਆਂ ਦੀ ਗੱਲ ਨਹੀਂ ਕਰ ਰਿਹਾ, ਉਹਨਾਂ ਦੀ ਗੱਲ ਕਰ ਰਿਹਾ ਕਿ ਠੱਗੀਆਂ ਮਾਰ ਕੇ, ਪਾਪ ਅਪਰਾਧ ਕਮਾ ਕੇ, ਤਾਂ ਕਿ ਉਸ ਪਾਪ ਅਪਰਾਧ ਨੇ ਸ਼ਾਂਤੀ ਦਿੱਤੀ ਹੈ? ਕਿ ਉਸ ਪਦਾਰਥਾਂ ਨੇ ਬੰਦੇ ਦੇ ਅੰਦਰ ਇਨਸਾਨੀਅਤ ਪੈਦਾ ਕੀਤੀ ਹੈ? ਕਿ ਬਹੁਤ ਵੱਡਾ ਮਕਾਨ ਬਣ ਗਿਆ ਹੈ ਤੇ ਉਸ ਮਕਾਨ ਦੇ ਕਾਰਨ ਬੰਦੇ ਅੰਦਰ ਇਨਸਾਨੀਅਤ ਪੈਦਾ ਹੋ ਗਈ ਹੋਵੇ? ਐਸਾ ਤੇ ਨਹੀਂ ਹੋਇਆ। ਘਰ ਮਕਾਨ ਤੇ ਹੈ, ਪਰਿਵਾਰ ਤੇ ਹੈ, ਲੇਕਿਨ ਕਲ ਕਲੇਸ਼ ਹੈ। ਰੀਜਨ ਇਹ ਹੈ ਕਿ ਸ਼ੁਭ ਗੁਣ ਨਹੀਂ ਹਨ, ਫਰਜ਼ਾਂ ਨੂੰ ਪੂਰਾ ਨਹੀਂ ਕਰ ਰਿਹਾ। ਤੇ ਜਦੋਂ ਬੰਦਾ ਆਪਣੇ ਫਰਜ਼ਾਂ ਨੂੰ ਪੂਰਾ ਨਹੀਂ ਨਾ ਕਰਦਾ, ਉਦੋਂ ਇਹਦੀ ਜ਼ਿੰਦਗੀ ਦੇ ਅੰਦਰ ਦੁਖਾਂਤ ਵਾਪਰਦੇ ਨੇ। ਧਰਮ ਕੀ ਹੈ? ਫਰਜ਼ ਪੂਰੇ ਕਰਨੇ ਹੀ ਤੇ ਧਰਮ ਹੈ। ਸੱਚ ਨੂੰ ਆਧਾਰ ਬਣਾ ਕੇ ਮਨੁੱਖੀ ਫਰਜ਼ਾਂ ਨੂੰ ਪੂਰੇ ਕਰਨ ਦਾ ਨਾਮ ਧਰਮ ਹੈ। ਜੇ ਹਰ ਇਨਸਾਨ ਆਪਣੇ ਫਰਜ਼ਾਂ ਨੂੰ ਪੂਰਿਆ ਕਰਦਾ ਇਮਾਨਦਾਰੀ ਨਾਲ, ਤੇ ਇਹ ਦੁਨੀਆ ਨੇ ਵੀ ਨਾਲ ਤੁਰਨਾ ਸੀ। ਮੀਨਸ ਕਿ ਇਸ ਦੁਨੀਆ ਚੋਂ ਸੁੱਖ ਮਿਲਣਾ ਸੀ। ਪਤਨੀ ਆਪਣੇ ਫਰਜ਼ ਨਿਭਾਉਂਦੀ, ਪਤੀ ਆਪਣੇ ਫਰਜ਼ ਨਿਭਾਉਂਦਾ, ਔਲਾਦ ਫਰਜ਼ ਨਿਭਾਉਂਦੀ, ਮਾਪੇ ਫਰਜ਼ ਨਿਭਾਉਂਦੇ। ਜਿਹੜਾ ਵੱਡਾ ਯੂਨੀਵਰਸ ਹੈ, ਓਡੇ ਵੱਡੇ ਹੀ ਸਾਡੇ ਫਰਜ਼ ਨੇ। ਤਾਂ ਫਿਰ ਇਸ ਦੁਨੀਆ ਚੋਂ, ਰਿਸ਼ਤਿਆਂ ਚੋਂ ਸਾਡੀ ਜ਼ਿੰਦਗੀ ਵਿੱਚ ਸੁੱਖ ਪੈਦਾ ਹੋਣਾ ਸੀ। ਫਿਰ ਸਾਡੇ ਜੀਵਨ ਵਿੱਚ ਸੁੱਖ ਪੈਦਾ ਹੋਣਾ ਸੀ। ਪਰ ਇਮਾਨਦਾਰੀ ਦੇ ਨਾਲ ਫਰਜ਼ ਤੇ ਨਿਭਾਏ ਨਹੀਂ, ਤੇ ਫਰਜ਼ ਨਾ ਨਿਭਾਉਣ ਕਰਕੇ ਨਾ ਰਿਸ਼ਤਿਆਂ ਨਾਤਿਆਂ ਨੇ ਵੀ ਸਾਥ ਨਹੀਂ ਦਿੱਤਾ। ਇਹਨਾਂ ਰਿਸ਼ਤਿਆਂ ਨਾਤਿਆਂ ਚੋਂ ਸੁੱਖ ਨਹੀਂ ਪੈਦਾ ਹੋਇਆ। ਔਲਾਦ ਤੇ ਹੈ ਪਰ ਸੁੱਖ ਨਹੀਂ ਹੈ, ਪਤੀ ਪਤਨੀ ਤੇ ਹੈ ਪਰ ਸ਼ਾਂਤੀ ਨਹੀਂ ਹੈ, ਮਾਪੇ ਤੇ ਹੈ ਨੇ ਪਰ ਸੁੱਖ ਨਹੀਂ, ਭੈਣ ਭਰਾ ਤੇ ਹੈ ਨੇ ਪਰ ਸ਼ਾਂਤੀ ਨਹੀਂ। ਬਹੁਤਾਤ ਗਿਣਤੀ ਦੀ ਗੱਲ ਹੈ, ਸਾਰਿਆਂ ਦੀ ਨਹੀਂ ਹੈ। ਕਿਉਂਕਿ ਇਸ ਦੁਨੀਆ ਵਿੱਚ ਬਹੁਤ ਸਾਰੇ ਲੋਕ ਐਸੇ ਨੇ ਜੋ ਆਪਣੇ ਫਰਜ਼ਾਂ ਨੂੰ ਨਿਭਾਉਂਦੇ ਨੇ, ਜੋ ਸੱਚੇ ਰਾਹਾਂ ਤੇ ਤੁਰਦੇ ਨੇ। ਉਹਨਾਂ ਨੇ ਆਪਣੇ ਦੀਨ ਈਮਾਨ ਨੂੰ, ਆਪਣੀ ਜ਼ਮੀਰ ਨੂੰ ਖਤਮ ਨਹੀਂ ਕੀਤਾ, ਇਨਸਾਨੀਅਤ ਨੂੰ ਖਤਮ ਨਹੀਂ ਕੀਤਾ। ਉਹਨਾਂ ਨੇ ਪਦਾਰਥਾਂ ਵਾਸਤੇ ਆਪਣੇ ਦੀਨ ਨੂੰ ਨਹੀਂ ਗਵਾਇਆ, ਪਦਾਰਥਾਂ ਵਾਸਤੇ ਕਿਸੇ ਬੰਦੇ ਨੂੰ ਕਤਲ ਨਹੀਂ ਕੀਤਾ, ਕਿਸੇ ਲਾਲਚ ਕਰਕੇ ਉਹਨਾਂ ਨੇ ਕਿਸੇ ਦਾ ਹੱਕ ਨਹੀਂ ਖਾਧਾ, ਉਹਨਾਂ ਨੇ ਲਾਲਚ ਕਰਕੇ ਰਿਸ਼ਵਤ ਨਹੀਂ ਲਈ, 2 ਨੰਬਰ ਦੇ ਧੰਦੇ ਨਹੀਂ ਕੀਤੇ। ਐਸੇ ਲੋਕ ਵੀ ਇਸ ਦੁਨੀਆ ਵਿੱਚ ਮੌਜੂਦ ਨੇ। ਤੇ ਕਬੀਰ ਜੀ ਕਹਿੰਦੇ ਨੇ ਕਿ ਇਸ ਦੁਨੀਆ ਦੀ ਖਾਤਰ, ਧਨ ਪਦਾਰਥ ਦੀ ਖਾਤਰ ਬੰਦੇ ਨੇ ਆਪਣਾ ਦੀਨ ਈਮਾਨ ਵੀ ਗਵਾ ਲਿਆ, ਇਨਸਾਨੀਅਤ ਵੀ ਗਵਾ ਲਈ, ਜ਼ਮੀਰ ਵੀ ਮਾਰ ਲਈ, ਤੇ ਦੁਨੀਆ ਵੀ ਕਿਸੇ ਦੇ ਨਾਲ ਨਾ ਚੱਲੀ, ਪਦਾਰਥ ਵੀ ਨਾਲ ਨਾ ਚੱਲੇ, ਆਤਮਿਕ ਜੀਵਨ ਵਿੱਚ ਇਹਨਾਂ ਸਾਥ ਨਾ ਦਿੱਤਾ। ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹਾਥ। ਇੱਥੇ ਗਾਫਲ ਦੇ ਲੱਲੇ ਨਾਲ ਸਿਹਾਰੀ ਹੈ, ਜਿਸ ਦਾ ਮਤਲਬ ਗਾਫਲ ਨੇ। ਗਾਫਲ ਦਾ ਮਤਲਬ ਲਾਪਰਵਾਹ ਬੰਦਾ, ਗਫਲਤ ਦੀ ਨੀਂਦ ਵਿੱਚ ਸੁੱਤਾ ਹੋਇਆ, ਅਗਿਆਨੀ, ਬੇਸਮਝ। ਇਸ ਬੇਸਮਝ ਲਾਪਰਵਾਹ ਬੰਦੇ ਨੇ ਆਪਣੇ ਪੈਰਾਂ ਤੇ ਆਪ ਹੀ ਕੁਹਾੜਾ ਮਾਰ ਲਿਆ, ਨਹੀਂ ਆਪਣਾ ਨੁਕਸਾਨ ਆਪ ਹੀ ਕਰ ਲਿਆ। ਜਿਹੜੀ ਲੱਕੜ ਨੂੰ ਵੱਢਣਾ ਚਾਹੁੰਦਾ ਸੀ, ਉਹਦੇ ਤੇ ਪੈਰ ਰੱਖਿਆ ਸੀ ਤੇ ਠਾਹ ਕਰਕੇ ਮਾਰ ਕੇ ਕੁਹਾੜਾ ਆਪਣਾ ਹੀ ਪੈਰ ਵੱਢ ਲਿਆ। ਭਾਵੇਂ ਕੁਹਾੜਾ ਮਾਰਨ ਦਾ ਮਤਲਬ ਹੁੰਦਾ ਹੈ ਆਪਣਾ ਨੁਕਸਾਨ ਆਪ ਕਰਨਾ। ਤਾਂ ਇਸ ਬੇਸਮਝ ਲਾਪਰਵਾਹ ਬੰਦੇ ਨੇ ਆਪਣਾ ਨੁਕਸਾਨ ਆਪ ਕੀਤਾ ਹੈ, ਜਿਹਦੇ ਬਾਰੇ ਗੁਰਦੇਵ ਨੇ ਬਚਨ ਕੀਤਾ ਹੈ ਨਾ, ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤ। ਜਿਹੋ ਜਿਹੇ ਬੀਜ ਬੀਜੇ ਨੇ ਵੈਸੇ ਹੀ ਵੱਢਣੇ ਪੈਣਗੇ। ਦੱਦੇ ਦੋਸ਼ ਨਾ ਦੇਉ ਕਿਸੈ, ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਨਾ। ਹੁਣ ਦੇਖੋ, ਇਸ ਜ਼ਿੰਦਗੀ ਨੂੰ ਤੁਸੀਂ ਆਪਣੀ ਚਾਰ ਚੁਫੇਰੇ ਚੌਗਿਰਦੇ ਵੇਖਣ ਦੀ ਟਰਾਈ ਕਰੋ ਕਿ ਜਿੰਨਾ ਵੀ ਬੰਦੇ ਨੇ ਨੁਕਸਾਨ ਕੀਤਾ ਹੈ, ਪਰਿਵਾਰਾਂ ਵਿੱਚ ਕਲ ਕਲੇਸ਼ ਨੇ ਜਾਂ ਭੈਣਾਂ ਭਰਾਵਾਂ ਵਿੱਚ ਨੇ, ਤਾਂ ਉਹ ਕਿਸੇ ਨੇ ਨਹੀਂ ਪਾਏ, ਬੰਦੇ ਨੇ ਖੁਦ ਨੁਕਸਾਨ ਕੀਤਾ ਹੈ। ਬੰਦੇ ਦਾ ਨੁਕਸਾਨ ਕੁੱਤਿਆਂ ਬਿੱਲੀਆਂ ਨੇ ਨਹੀਂ ਕੀਤਾ। ਜੇ ਚੋਰੀਆਂ ਕੀਤਾ ਨੇ ਤਾਂ ਬੰਦੇ ਦੀਆਂ ਬੰਦੇ ਨੇ ਕੀਤੀਆਂ ਨੇ। ਜੇਕਰ ਵਿਭਚਾਰ ਹੈ ਤਾਂ ਬੰਦਾ ਕਮਾ ਰਿਹਾ ਹੈ। ਜੇਕਰ ਰਿਸ਼ਵਤ ਲੈ ਦੇ ਰਿਹਾ ਹੈ ਤੇ ਬੰਦਾ ਲੈ ਦੇ ਰਿਹਾ ਹੈ। ਜੇ ਬਦਖੋਈ ਇੱਕ ਦੂਜੇ ਦੀ ਕਰ ਰਿਹਾ ਹੈ ਤੇ ਬੰਦਾ ਕਰ ਰਿਹਾ ਹੈ। ਜੇ ਘਰ ਪਰਿਵਾਰ ਦੇ ਅੰਦਰ ਲੜ ਰਹੇ ਨੇ ਜੀ, ਤੇ ਆਪਸ ਵਿੱਚ ਲੜ ਰਹੇ ਨੇ ਨਾ, ਆਪਣਾ ਨੁਕਸਾਨ ਆਪ ਕਰ ਰਹੇ ਨੇ। ਕਿੰਨਾ ਨੁਕਸਾਨ ਕੀਤਾ ਹੈ ਮਨੁੱਖ ਨੇ ਆਪਣਾ। ਇਹਦੀ ਜ਼ਿੰਦਗੀ ਅੰਦਰ ਸਤ, ਸੰਤੋਖ, ਦਇਆ, ਧਰਮ, ਧੀਰਜ, ਗਿਆਨ, ਵੈਰਾਗ, ਨਿਮਾਨਤਾ, ਨਿਰਭੈਤਾ, ਨਿਰਵੈਰਤਾ, ਇਨਸਾਨੀਅਤ, ਮਨੁੱਖਤਾ, ਕਿੰਨਾ ਕੁਛ ਆ ਸਕਦਾ ਸੀ। ਪਰ ਇਹਨੇ ਈਰਖਾ, ਦਵੈਸ਼, ਵੈਰ ਵਿਰੋਧ ਵਿੱਚ ਜ਼ਿੰਦਗੀ ਗਵਾ ਲਈ, ਆਪਣੇ ਪੈਰਾਂ ਤੇ ਆਪ ਕੁਹਾੜਾ ਮਾਰਿਆ। ਮਤਲਬ ਆਪਣਾ ਨੁਕਸਾਨ
आप कर लिया। कबीर जह जह हों फिरियो कौतक ठाऊं ठाए, एक राम सनेही बाहरा ऊजर मेरे पाए। जह जह ਦਾ ਮਤਲਬ ਜਿੱਥੇ ਜਿੱਥੇ, ਹੋਂ ਫਿਰਿਓ ਦਾ ਮਤਲਬ ਮੈਂ ਫਿਰਿਆ ਹਾਂ, ਮੈਂ ਵਿਚਰਿਆ ਹਾਂ, ਮੈਂ ਦੇਖਿਆ ਹੈ। ਕੌਤਕ ਦਾ ਮਤਲਬ ਤਮਾਸ਼ੇ, ਰੰਗ ਤਮਾਸ਼ੇ। ਠਾਉ ਠਾਉ ਦਾ ਮਤਲਬ, ਠਾਉ ਠਾਏ ਦਾ ਮਤਲਬ ਥਾਂ ਥਾਂ ਤੇ, ਹਰੇਕ ਥਾਂ ਤੇ। ਕਬੀਰ ਜੀ ਕਹਿੰਦੇ ਨੇ ਮੈਂ ਜਿੱਥੇ ਜਿੱਥੇ ਵੀ ਗਿਆ ਹਾਂ, ਥਾਂ ਥਾਂ ਤੇ ਦੁਨੀਆ ਵਾਲੇ ਰੰਗ ਤਮਾਸ਼ੇ ਵੇਖੇ ਨੇ। ਦੁਨੀਆ ਵਾਲੇ ਰੰਗ ਤਮਾਸ਼ੇ, ਜਿੱਧਰ ਮੈਂ ਦੇਖਦਾ ਹਾਂ ਦੁਨੀਆ ਵਾਲੇ ਰੰਗ ਤਮਾਸ਼ੇ ਨੇ। ਦੁਨੀਆ ਵਾਲੇ ਰੰਗ ਤਮਾਸ਼ਿਆਂ ਦਾ ਮਤਲਬ ਕਿ ਬਹੁਤਾਤ ਜੋ ਗਿਣਤੀ ਹੈ ਨਾ ਮਨੁੱਖਾਂ ਦੀ, ਉੱਥੇ ਦੁਨੀਆ ਵਾਲੇ ਕਰਮ ਕਾਂਡ ਨੇ। ਇਨਸਾਨੀਅਤ ਨੂੰ ਛੱਡ ਕੇ, ਸੱਚ ਨੂੰ ਛੱਡ ਕੇ ਕੋਈ ਤੇ ਤੀਰਥਾਂ ਵਾਲੇ ਪਾਸੇ ਜਾ ਰਿਹਾ ਹੈ, ਪਾਪ ਵੀ ਕਮਾਈ ਜਾ ਰਿਹਾ ਹੈ ਤੇ ਤੀਰਥਾਂ ਤੇ ਨਹਾਈ ਜਾ ਰਿਹਾ ਹੈ। ਸ਼ਾਇਦ ਤੀਰਥਾਂ ਤੇ ਨਹਾਉਣ ਨਾਲ ਹੀ ਮੇਰੀ ਜ਼ਿੰਦਗੀ ਠੀਕ ਹੋ ਜਾਏ। ਕੋਈ ਵਰਤ ਨਰਾਤੇ ਸਰਾਧਾਂ ਵਿੱਚ ਹੀ ਫਸਿਆ ਪਿਆ ਹੈ ਕਿ ਸ਼ਾਇਦ ਐਵੇਂ ਹੀ ਬੰਦਿਆਂ ਦੀ ਜਾਂ ਇਸਤਰੀਆਂ ਦੀ ਉਮਰ ਲੰਮੀ ਹੋ ਜਾਏ। ਕੋਈ ਜੰਗਲਾਂ ਦੇ ਵਿੱਚ ਭਟਕ ਰਿਹਾ ਹੈ ਔਰ ਕੋਈ ਹੋਰ ਐਸੇ ਕਰਮਕਾਂਡ ਜਪ ਤਪ ਸੰਜਮ ਦੇ ਵਿੱਚ ਉਲਝਿਆ ਹੋਇਆ ਹੈ। ਇਹੋ ਜਿਹੇ ਕੌਤਕ ਹੋ ਰਹੇ ਨੇ। ਦੂਜੇ ਨੰਬਰ ਤੇ ਦੁਨੀਆ ਵਾਲੇ ਕੌਤਕ ਨੇ ਕਿ ਹਰ ਬੰਦਾ, ਆਮ ਜੋ ਇਨਸਾਨ ਹੈ, ਉਹ ਸਵਾਰਥ ਕਰਕੇ ਦੂਜਿਆਂ ਦਾ ਨੁਕਸਾਨ ਕਰ ਰਿਹਾ ਹੈ। ਬਹੁਗਿਣਤੀ, ਸਾਰਿਆਂ ਦੀ ਗੱਲ ਨਹੀਂ, ਬਹੁਗਿਣਤੀ। ਆਮ ਬੰਦਾ ਦੂਜਿਆਂ ਦੇ ਨਾਲ ਈਰਖਾ ਕਰ ਰਿਹਾ ਹੈ, ਹੰਕਾਰ ਦੇ ਨਾਲ ਦੂਜਿਆਂ ਨੂੰ ਨੀਵਾਂ ਵਿਖਾ ਰਿਹਾ ਹੈ, ਆਪਣੇ ਆਪ ਨੂੰ ਵੱਡਾ ਔਰ ਮਹਾਨ ਸਮਝ ਰਿਹਾ ਹੈ। ਇਹੋ ਜਿਹੇ ਕੌਤਕ ਹੀ ਵੇਖ ਰਿਹਾ ਮੈਂ ਜਿੱਧਰ ਵੇਖ ਰਿਹਾ ਹਾਂ। ਬਹੁਗਿਣਤੀ ਦੇ ਕੌਤਕ ਇਸੇ ਤਰ੍ਹਾਂ ਦੇ ਨੇ, ਦੁਨੀਆਦਾਰੀ ਦੇ ਨੇ। ਕਬੀਰ ਜੀ ਕਹਿੰਦੇ ਨੇ ਇੱਕ ਰਾਮ ਸਨੇਹੀ ਬਾਹਰਾ ਊਜਰ ਮੇਰੇ ਭਾਏ। ਸਨੇਹੀ ਦਾ ਮਤਲਬ ਸਨੇਹ ਕਰਨ ਵਾਲਾ, ਪਿਆਰ ਕਰਨ ਵਾਲਾ। ਬਾਹਰਾ ਦਾ ਮਤਲਬ ਬਗੈਰ, ਉਜਰ ਦਾ ਮਤਲਬ ਉਜਾੜ। ਮੇਰੇ ਭਾਏ ਦਾ ਮਤਲਬ ਮੇਰੇ ਭਾਂ ਦਾ, ਮੇਰੇ ਭਾ ਦਾ। ਰਾਮ ਸਨੇਹੀ ਦਾ ਮਤਲਬ ਰਾਮ ਨਾਲ ਸਨੇਹ ਕਰਨ ਵਾਲਾ, ਰੱਬ ਨਾਲ ਪਿਆਰ ਕਰਨ ਵਾਲਾ। ਪਰ ਕਬੀਰ ਜੀ ਕਹਿੰਦੇ ਨੇ ਮੇਰੇ ਭਾ ਦਾ ਤਾਂ ਉਹ ਥਾਂ ਉਜਾੜ ਹੈ ਜਿੱਥੇ ਪ੍ਰਮਾਤਮਾ ਦੇ ਨਾਲ, ਪ੍ਰਭੂ ਦੇ ਨਾਲ ਪਿਆਰ ਕਰਨ ਵਾਲਾ ਕੋਈ ਨਹੀਂ, ਜਿੱਥੇ ਸੱਚ ਦੇ ਨਾਲ ਪਿਆਰ ਕਰਨ ਵਾਲਾ ਕੋਈ ਨਹੀਂ, ਜਿੱਥੇ ਬੰਦੇ ਦਾ ਨਿਸ਼ਾਨਾ ਦੀਨ ਨਹੀਂ ਸਗੋਂ ਦੁਨੀ ਹੈ, ਜਿੱਥੇ ਬੰਦਾ ਹੱਕ ਤੇ ਮੰਗ ਰਿਹਾ ਹੈ ਲੇਕਿਨ ਫਰਜ਼ ਪੂਰੇ ਨਹੀਂ ਕਰ ਰਿਹਾ, ਜਿੱਥੇ ਬੰਦੇ ਦੀ ਜ਼ਿੰਦਗੀ ਵਿੱਚ ਇਨਸਾਨੀਅਤ ਨਹੀਂ, ਰੱਬੀ ਪਿਆਰ ਨਹੀਂ, ਇਨਸਾਨ ਦਾ ਇਨਸਾਨ ਦੇ ਨਾਲ ਪਿਆਰ ਨਹੀਂ, ਮੇਰੇ ਵਾਸਤੇ ਤੇ ਉਹ ਥਾਂ ਉਜਾੜ ਹੀ ਹੈ। ਔਰ ਹਕੀਕਤ ਹੈ, ਕਿੰਨੀ ਦੁਨੀਆ ਹੈ, ਕਿੰਨੇ ਲੋਕ ਨੇ। ਸਗੋਂ ਅੱਜ ਦੀ ਤੇ ਸਮੱਸਿਆ ਹੈ ਕਿ ਜਨਸੰਖਿਆ ਵੱਧ ਰਹੀ ਹੈ, ਇਹਨੂੰ ਰੋਕਿਆ ਕਿਵੇਂ ਜਾਏ, ਜਨਸੰਖਿਆ ਤੇ ਕੰਟਰੋਲ ਕਿਵੇਂ ਕੀਤਾ ਜਾਏ, ਵੱਧਦੀ ਹੋਈ ਗਿਣਤੀ ਮਨੁੱਖਾਂ ਦੀ ਰੋਕੀ ਕਿਵੇਂ ਜਾਏ। ਇਹ ਚੀਜ਼ਾਂ ਸਗੋਂ ਪੇਸ਼ ਆ ਰਹੀਆਂ ਨੇ, ਇਹ ਚੀਜ਼ਾਂ ਪੇਸ਼ ਆ ਰਹੀਆਂ ਨੇ। ਤਾਂ ਜ਼ਰੂਰਤ ਤਾਂ ਇਸ ਚੀਜ਼ ਦੀ ਸੀ। ਤਾਂ ਕਬੀਰ ਜੀ ਕਹਿੰਦੇ ਨੇ ਮੇਰੇ ਵਾਸਤੇ ਤੇ ਉਹ ਥਾਂ ਉਜਾੜ ਹੈ ਜਿੱਥੇ ਪ੍ਰਭੂ ਪ੍ਰਮਾਤਮਾ ਦੀ ਸਿਫਤ ਸਲਾਹ ਨਹੀਂ, ਜਿੱਥੇ ਰੱਬੀ ਗੁਣ ਨਹੀਂ। ਮੇਰੇ ਭਾ ਦਾ ਤੇ ਉਹ ਉਜੜ ਹੀ ਹੈ ਨਾ, ਉਜਰ ਮੇਰੇ ਭਾਏ। ਔਰ ਹਕੀਕਤ ਹੈ, ਜਦੋਂ ਤੁਸੀਂ ਇਸ ਦੁਨੀਆ ਵੱਲ ਝਾਤ ਮਾਰੋਗੇ ਤਾਂ ਵਾਸਤਵ ਦੇ ਅੰਦਰ ਕਿੰਨੀ ਮਨੁੱਖਤਾ ਹੈ, ਕਿੰਨੇ ਇਨਸਾਨ ਨੇ। ਪਰ ਜਦੋਂ ਅਸੀਂ ਇਨਸਾਨਾਂ ਦੇ ਵਿੱਚ ਇਨਸਾਨੀਅਤ ਨੂੰ ਵੇਖਣ ਦਾ ਯਤਨ ਕਰਦੇ ਹਾਂ ਤਾਂ ਉਦੋਂ ਸਾਨੂੰ ਕਿਤੇ ਕੁਛ ਨਜ਼ਰ ਹੀ ਨਹੀਂ ਪੈਂਦਾ। ਇੰਝ ਹੀ ਜਾਪਦਾ ਹੈ ਕਿ ਜਿਵੇਂ ਬੰਦਾ ਉਜਾੜ ਦੇ ਅੰਦਰ ਹੀ ਵਿਚਰ ਰਿਹਾ ਹੋਵੇ। ਤੇ ਉਜਾੜ ਦੇ ਅੰਦਰ ਕੀ ਹੁੰਦਾ ਹੈ? ਜੰਗਲ ਦੇ ਵਿੱਚ ਡਰ। ਅੱਜ ਇਸ ਮਨੁੱਖਤਾ ਦੇ ਵਿੱਚ ਵੀ ਡਰ ਹੈ, ਬੰਦੇ ਨੂੰ ਬੰਦੇ ਦਾ ਡਰ ਹੈ। ਬੰਦੇ ਨੇ ਆਪਣੀ ਜ਼ਿੰਦਗੀ ਨੂੰ ਹੀ ਜੰਗਲ ਦਾ ਰੂਪ ਦੇ ਦਿੱਤਾ ਹੈ ਔਰ ਇਹ ਜੰਗਲ ਦੇ ਇਨਸਾਨ ਦੀ ਤਰ੍ਹਾਂ ਜੀ ਰਿਹਾ ਹੈ। ਤਾਂ ਕਬੀਰ ਜੀ ਕਹਿੰਦੇ ਨੇ ਮੇਰੇ ਭਾ ਦਾ ਤਾਂ ਉਹ ਥਾਂ ਉਜਾੜ ਦੀ ਤਰ੍ਹਾਂ ਹੀ ਹੈ ਜਿੱਥੇ ਕੋਈ ਪ੍ਰਭੂ ਦਾ ਪਿਆਰਾ ਨਹੀਂ। ਇਹ ਚੀਜ਼ ਥੋੜੀ ਸਮਝਣ ਵਾਲੀ ਹੈ, ਕਿਉਂਕਿ ਉਜਾੜ ਇੱਕ ਤਾਂ ਬਾਹਰ ਹੈ ਔਰ ਇੱਕ ਉਜਾੜ ਸਾਡੇ ਅੰਦਰ ਹੈ। ਜੇ ਸਾਡੇ ਅੰਦਰ ਸਤ, ਸੰਤੋਖ, ਦਇਆ, ਧਰਮ, ਧੀਰਜ ਆਦਿਕ ਗੁਣ ਨਹੀਂ ਹਨ, ਸਾਡੇ ਅੰਦਰ ਇਹ ਗੁਣ ਨਹੀਂ, ਤਾਂ ਉਜਾੜ ਹੀ ਹੋਇਆ ਨਾ। ਜੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਦਵੇਸ਼ ਸਾਡੇ ਅੰਦਰ ਹੈ ਤਾਂ ਅੰਦਰ ਤਾਂ ਜੰਗਲ ਹੀ ਹੋਇਆ ਨਾ। ਇਸ ਲਈ ਆਪਣੇ ਅੰਦਰ ਦੇ ਉਜਾੜ ਨੂੰ ਆਬਾਦ ਕਰਨਾ ਹੈ,
ਆਪਣੇ ਅੰਦਰ ਦੇ ਖਾਲੀਪਨ ਨੂੰ ਸ਼ੁਭ ਗੁਣਾਂ ਦੇ ਨਾਲ ਭਰਨਾ ਹੈ। ਆਪਣੀ ਨੈਗੇਟਿਵ ਥਿੰਕਿੰਗ ਨੂੰ ਖਤਮ ਕਰਕੇ ਪੋਜ਼ਿਟਿਵ ਥਿੰਕਿੰਗ ਪੈਦਾ ਕਰਨੀ ਹੈ। ਅੰਦਰ ਉਜਾੜ ਨਾ ਬਣਿਆ ਰਹੇ, ਅੰਦਰ ਬਸੰਤ ਬਹਾਰ ਪੈਦਾ ਹੋਵੇ, ਅੰਦਰ ਸ਼ੁਭ ਗੁਣ ਪੈਦਾ ਹੋਣ, ਅੰਦਰ ਸ਼ਾਂਤੀ ਪੈਦਾ ਹੋਵੇ, ਅੰਦਰ ਇਨਸਾਨੀਅਤ ਪੈਦਾ ਹੋਵੇ। कबीर संतन की चुंगिया भली भट्ट कुसती गाँव आग लगो तिह धौल हर जिह नाही हर को नाओ। भट्ट कुसती इत्थे सस्से दे उत्ते अदक लगा के बोलांगे कुसती। कुसती दा मतलब जिहड़ा झूठा, झूठ बोलण वाला कुसत। ते गाँव नूं पढ़ांगे गाँव। गाँव दा मतलब हुंदा है पिंड। कबीर संतन की चुंगिया भली भट्ट कुसती गाँव। ਝੁੰਗੀਆ ਦਾ ਮਤਲਬ ਨਿੱਕੀ ਜੀ ਝੁੱਗੀ, ਨਿੱਕੀ ਜੀ ਕੁੱਲੀ, ਛੰਨ ਬਣਾਈ ਹੋਈ ਹੋਏ ਘਾਹ ਫੂਸ ਦੀ। ਭਲੀ ਦਾ ਮਤਲਬ ਸੋਹਣੀ, ਭੱਠ ਦਾ ਮਤਲਬ ਭੱਠੀ ਵਰਗਾ, ਗਾਉਂ ਦਾ ਮਤਲਬ ਪਿੰਡ, ਕੁਸੱਤੀ ਦਾ ਮਤਲਬ ਬੇਈਮਾਨ ਖੋਟਾ। ਕਬੀਰ ਜੀ ਕਹਿੰਦੇ ਨੇ ਜੋ ਰੱਬ ਦੇ ਪਿਆਰੇ ਨੇ ਉਹਨਾਂ ਦੀ ਨਿੱਕੀ ਜੀ ਕੁੱਲੀ ਵੀ ਸੁਹਾਵਣੀ ਹੈ, ਸੋਹਣੀ ਲੱਗਦੀ ਹੈ, ਕਿਉਂਕਿ ਉੱਥੇ ਦੀਨ ਵਿਹਾਜੀਦ ਹੈ, ਉੱਥੇ ਸ਼ੁਭ ਗੁਣ ਨੇ। ਪਰ ਖੋਟੇ ਮਨੁੱਖ ਦਾ ਪਿੰਡ ਵੀ ਜਿਹੜਾ ਨਾ ਸੜਦੀ ਭੱਠੀ ਵਰਗਾ ਹੈ, ਸੜਦੀ ਭੱਠੀ ਵਰਗਾ ਹੈ। ਕਿਉਂ? ਕਿ ਉਸ ਖੋਟੇ ਮਨੁੱਖ ਦੇ ਅੰਦਰ ਖੋਟ ਹੈ, ਈਰਖਾ ਹੈ, ਵੈਰ ਵਿਰੋਧ ਦੀ ਅੱਗ ਬਲ ਰਹੀ ਹੈ। ਤਾਂ ਗੱਲ ਜਗ੍ਹਾ ਦੀ ਨਹੀਂ ਹੈ, ਉਸ ਜਗ੍ਹਾ ਦੇ ਉੱਤੇ ਬੰਦਾ ਕਿਵੇਂ ਰਹਿ ਰਿਹਾ ਹੈ, ਵੈਲਿਊ ਤੇ ਉਹਦੀ ਹੈ। ਜੇ ਇੱਕ ਮਹਿਲ ਹੈ, ਬੜਾ ਸੁੰਦਰ ਮਕਾਨ ਹੈ, ਤੇ ਜੇ ਉਸ ਸੋਹਣੇ ਮਕਾਨ ਦੇ ਅੰਦਰ ਚੋਰ ਲੁਟੇਰੇ ਡਾਕੂ ਵਸਦੇ ਨੇ ਤਾਂ ਉਹਨੂੰ ਕਿਵੇਂ ਸੁਹਾਵਣਾ ਕਹੋਗੇ? ਕਿਉਂਕਿ ਉਹਦੇ ਅੰਦਰ ਜੋ ਵਸਣ ਵਾਲੇ ਨੇ ਉਹ ਖਤਰਨਾਕ ਲੋਕ ਨੇ, ਉਹ ਖਤਰਨਾਕ ਲੋਕ ਨੇ। ਇੱਕ ਪਾਸੇ ਮਲਕ ਭਾਗੋ ਦੇ ਮਹਿਲ ਨੇ ਤੇ ਦੂਜੇ ਪਾਸੇ ਭਾਈ ਲਾਲੋ ਜੀ ਦੇ ਸਾਦਾ ਘਰ ਹੈ। ਹੁਣ ਕਿਹਨੂੰ ਚੰਗਾ ਕਹੋਗੇ? ਭਾਈ ਲਾਲੋ ਦਾ ਨਾ। ਕਿਉਂ? ਕਿ ਉੱਥੇ ਸੱਚਾਈ ਹੈ, ਉੱਥੇ ਦਇਆ ਹੈ, ਉੱਥੇ ਪ੍ਰੇਮ ਹੈ, ਉੱਥੇ ਦਸਾਂ ਨਵਾਂ ਦੀ ਕਿਰਤ ਹੈ, ਉੱਥੇ ਇਨਸਾਨੀਅਤ ਹੈ। ਤੇ ਦੂਜੇ ਪਾਸੇ ਮਹਿਲ, ਉਹਨਾਂ ਮਹਿਲਾਂ ਦੇ ਅੰਦਰ ਚੋਰੀ ਹੈ, ਡਕੈਤੀ ਹੈ, 2 ਨੰਬਰ ਦੇ ਧੰਦੇ ਨੇ, ਰਿਸ਼ਵਤਖੋਰੀ ਹੈ, ਬੇਗਾਨਾ ਹੱਕ ਖਾਇਆ ਜਾ ਰਿਹਾ ਹੈ। ਇਸ ਲਈ ਉਹ ਥਾਂ ਭਲੀ ਔਰ ਸੁਹਾਵਣੀ ਹੈ ਜਿੱਥੇ ਪ੍ਰਭੂ ਦੇ ਗੁਣ ਗਾਏ ਜਾਂਦੇ ਨੇ। ਤੇ ਆਗ ਲੱਗੋ ਤੇ ਧੌਲ ਹਰ ਜੇ ਨਾਹੀ ਹਰ ਕੋ ਨਾਉ। ਆਗ ਲੱਗੋ ਦਾ ਮਤਲਬ ਅੱਗ ਲੱਗੇ। ਅੱਗ ਲੱਗੇ ਦਾ ਮਤਲਬ ਵਿਅਰਥ ਅਸੀਂ ਕਹਿ ਦਿੰਦੇ ਨਾ ਅੱਗ ਲਾ ਪਰ ਅੱਗ ਲੱਗੇ ਮੇਰੇ ਵੱਲੋਂ ਤੇ ਉਸ ਚੀਜ਼ ਨੂੰ। ਅੱਗ ਲੱਗੇ ਦਾ ਮਤਲਬ ਕਿ ਮੇਰੇ ਵਾਸਤੇ ਉਹ ਬੇਕਾਰ ਨੇ, ਕੀ ਕਰਨਾ ਮੈਂ ਉਹਨਾਂ ਦਾ। ਜੇ ਨਾ ਹੀ ਹਰ ਕੋ ਨਾਉ, ਧੌਲ ਹਰ ਦਾ ਮਤਲਬ ਮਹਿਲ ਚਿੱਟੇ, ਅਮੀਰੀ ਦੇ ਘਰ। ਜਿਹੜੇ ਚਿੱਟੇ ਮਹਿਲ ਨੇ ਅੱਗ ਲੱਗੇ ਮੇਰੇ ਵੱਲੋਂ ਉਹਨਾਂ ਨੂੰ, ਮੈਂ ਉਹਨਾਂ ਦਾ ਕੀ ਕਰਨਾ ਹੈ? ਜਿੱਥੇ ਪ੍ਰਭੂ ਦਾ ਹੁਕਮ ਨਹੀਂ ਹੈ, ਜਿੱਥੇ ਰੱਬੀ ਗੁਣ ਨਹੀਂ ਹਨ, ਜਿੱਥੇ ਰੱਬ ਦੀ ਯਾਦ ਨਹੀਂ, ਤਾਂ ਮੈਂ ਉਹਨਾਂ ਮਹਿਲਾਂ ਦਾ ਕੀ ਕਰਨਾ? ਅੱਗ ਲੱਗੇ ਮੇਰੇ ਵੱਲੋਂ ਉਹਨਾਂ ਮਹਿਲਾਂ ਨੂੰ। ਭਾਵ ਕਿ ਸਾਡੇ ਕੋਲ ਮਕਾਨ ਛੋਟਾ ਹੈ ਜਾਂ ਵੱਡਾ ਹੈ, ਗੱਲ ਇਹ ਨਹੀਂ ਹੈ। ਗੱਲ ਇਹ ਹੈ ਕਿ ਸਾਡੇ ਅੰਦਰ ਗੁਣ ਕਿਹੜੇ ਨੇ, ਸਾਡੀ ਜ਼ਿੰਦਗੀ ਜੀਣ ਦਾ ਢੰਗ ਕੀ ਹੈ। ਗੁਰੂ ਜੀ ਦਾ ਪਾਵਨ ਬਚਨ ਹੈ, ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਸੇ ਅਸਥਲ ਸੋਇਨ ਚੌਬਾਰੇ। ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ ਸਹੀ ਨਗਰ ਉਡਾੜੀ ਦਿਓ। ਜਿੱਥੇ ਪ੍ਰਭੂ ਦੇ ਗੁਣ ਗਾਏ ਜਾਂਦੇ ਨੇ, ਜਿੱਥੇ ਰੱਬੀ ਰਜਾ ਦੇ ਅੰਦਰ ਜ਼ਿੰਦਗੀ ਜੀਵੀ ਜਾਂਦੀ ਹੈ, ਉਹ ਰੜਾ ਮੈਦਾਨ ਵੀ ਸੁਨਹਿਰੀ ਮਹਿਲਾਂ ਵਰਗਾ ਹੈ। ਲੇਕਿਨ ਜਿੱਥੇ ਪ੍ਰਭੂ ਦੇ ਗੁਣ ਨਹੀਂ ਗਾਏ ਜਾਂਦੇ, ਉਹ ਸੋਨੇ ਦੇ ਮਹਿਲ ਵੀ ਬੇਕਾਰ ਨੇ, ਵਿਅਰਥ ਨੇ, ਕਿਉਂਕਿ ਉੱਥੇ ਇਨਸਾਨੀਅਤ ਨਹੀਂ ਹੈ। ਗੁਰੂ ਜੀ ਨੇ ਪਾਵਨ ਬਾਣੀ ਵਿੱਚ ਬਚਨ ਕੀਤਾ ਹੈ, ਤਹਾਂ ਬੈਕੁੰਠ ਜਹ ਕੀਰਤਨ ਤੇਰਾ ਤੂੰ ਆਪੇ ਸ਼ਰਧਾ ਲਾਏ। ਕਿ ਹੇ ਪ੍ਰਭੂ, ਜਿੱਥੇ ਤੇਰੀ ਸਿਫਤ ਸਲਾਹ ਹੁੰਦੀ ਹੈ ਉਹ ਜਗ੍ਹਾ ਬੈਕੁੰਠ ਬਣ ਜਾਂਦੀ ਹੈ, ਚਾਹੇ ਉਹ ਝੁੱਗੀ ਹੋਵੇ ਜਾਂ ਮਹਿਲ ਹੋਵੇ। ਤੇ ਨਾਲ ਭਗਤ ਕਬੀਰ ਜੀ ਸਾਨੂੰ ਇਹ ਸਮਝਾ ਰਹੇ ਨੇ, ਕਬੀਰ ਜਾ ਘਰ ਸਾਧ ਨਾ ਸੇਵੀਐ ਹਰ ਕੀ ਸੇਵਾ ਨਾਹੇ ਤੇ ਕਰ ਮਰਹਟ ਸਾਰਖੇ ਭੂਤ ਬਸੇ ਤਿਨ ਮਾਹੇ। ਜਿਨ੍ਹਾਂ ਘਰਾਂ ਦੇ ਅੰਦਰ ਪ੍ਰਭੂ ਦੇ ਗੁਣ ਨਹੀਂ, ਰੱਬੀ ਗੁਣ ਨਹੀਂ, ਉਹ ਘਰ ਮੜੀਆਂ ਦੇ ਬਰਾਬਰ ਨੇ ਤੇ ਉਹਨਾਂ ਘਰਾਂ ਦੇ ਵਿੱਚ ਰਹਿਣ ਵਾਲੇ ਲੋਕ ਭੂਤ ਨੇ। ਇਸ ਲਈ ਜ਼ਰੂਰਤ ਹੈ ਕਿ ਸ਼ੁਭ ਗੁਣਾਂ ਵਾਲੀ ਜ਼ਿੰਦਗੀ ਜੀਵੀ ਜਾਏ, ਰੱਬੀ ਰਜਾ ਦੇ ਮੁਤਾਬਕ ਜ਼ਿੰਦਗੀ ਜੀਵੀ ਜਾਏ, ਤਾਂ ਸਾਡੇ ਜੀਵਨ ਦੇ ਅੰਦਰ ਸੁਖ ਸ਼ਾਂਤੀ ਆ ਸਕਦੀ ਹੈ। ਕਬੀਰ ਸੰਤ ਮੂਏ ਕਿਆ ਰੋਈਐ ਜੋ ਆਪਣੇ ਗ੍ਰਹਿ ਜਾਏ, ਰੋਵਹੁ ਸਾਕਤ ਬਾਪੁਰੇ
जो हट है हाट बिकाए। इत्थे संत का मतलब कोई चोले वाला बाबा नहीं है। संत का मतलब शांत इंसान जिसने प्रभु की रजा भाने में चल के अपने विकारां की अग नूं शांत कर लिया है। मूए का मतलब मरना, विकारां वालों मर जाना। आम करके लोग कहते ना भी साडे वालों ते वो मर गया है, साडे वालों मर गया है। तो जे किसी प्रभु प्यारे ने अपने आप नूं मारिया है विकारां वालों, तो उन्होंने रोना नहीं चाहिए, अफसोस नहीं करना चाहिए कि उन्हें क्यों ऐसी जिंदगी छड़ दी है। आम करके असीं देखते हैं ना कि जो बच्चे नौजवान ਜਾਂ कोई भी नशा वगैरह करते होण, ਉਹਨਾਂ ਦੀ ਇੱਕ ਆਪਣੀ ਇੱਕ ਸਭਾ ਸੁਸਾਇਟੀ ਹੋਵੇ ਤੇ ਉਹਦੇ ਵਿੱਚੋਂ ਜੇ ਕੋਈ ਬੰਦਾ ਬਾਹਰ ਜਾਂਦਾ ਹੈ ਨਾ, ਛੱਡਦਾ ਹੈ ਕੋਈ ਚੀਜ਼, ਤਾਂ ਬਾਕੀ ਦੇ ਯਾਰਾਂ ਦੋਸਤਾਂ ਨੂੰ ਅਫਸੋਸ ਹੁੰਦਾ ਯਾਰ ਛੱਡ ਗਿਆ, ਸਾਡੇ ਵਾਸਤੇ ਤਾਂ ਮਾਰ ਹੀ ਗਿਆ ਹੈ, ਆਮ ਕਹਿ ਦਿੰਦੇ ਨੇ। ਤਾਂ ਐਵੇਂ ਨਹੀਂ ਕਰਨਾ ਚਾਹੀਦਾ, ਸਗੋਂ ਖੁਸ਼ ਹੋਣਾ ਚਾਹੀਦਾ ਹੈ। ਤਾਂ ਕਬੀਰ ਜੀ ਕਹਿੰਦੇ ਨੇ ਵੀ ਜੇ ਕੋਈ ਸ਼ਾਂਤ ਇਨਸਾਨ ਰੱਬ ਦਾ ਪਿਆਰਾ ਮਰਦਾ ਹੈ ਤਾਂ ਅਫਸੋਸ ਕਰਨ ਦੀ ਲੋੜ ਨਹੀਂ, ਕਿਉਂਕਿ ਜੋ ਆਪਣੇ ਗ੍ਰਹਿ ਜਾਏ ਉਹ ਤੇ ਆਪਣੇ ਘਰ ਦੇ ਅੰਦਰ ਜਾ ਰਿਹਾ ਹੈ, ਜੋ ਆਪਣੇ ਘਰ ਦੇ ਅੰਦਰ ਟਿਕਿਆ ਰਿਹਾ ਹੈ, ਰੱਬ ਦੇ ਅੰਦਰ ਰਹਿ ਕੇ ਉਹਨੇ ਜ਼ਿੰਦਗੀ ਬਤੀਤ ਕੀਤੀ ਹੈ। ਆਪਣਾ ਘਰ ਕਿਹੜਾ ਹੈ? ਰੱਬ, ਯਾਨੀ ਰੱਬੀ ਗੁਣ। ਸਾਰੀ ਜ਼ਿੰਦਗੀ ਉਹਦੀ ਸੁਰਤ ਰੱਬੀ ਗੁਣਾਂ ਦੇ ਅੰਦਰ ਜੁੜੀ ਰਹੀ, ਤਾਂ ਇਹੋ ਜਿਹੇ ਇਨਸਾਨ ਨੂੰ ਰੋਣ ਦੀ ਕੀ ਲੋੜ ਹੈ? ਅਫਸੋਸ ਕਰਨ ਦੀ ਜ਼ਰੂਰਤ ਨਹੀਂ ਨਾ। ਸਗੋਂ ਕਬੀਰ ਜੀ ਕਹਿੰਦੇ ਨੇ ਰੋਵਹੁ ਸਾਕਤ ਬਾਪੁਰੇ ਜੋ ਹਾਟੇ ਹਾਟ ਬਿਕਾਏ। ਰੋਣਾ ਤੇ ਉਹਦੇ ਵਾਸਤੇ ਚਾਹੀਦਾ ਹੈ, ਯਾਨੀ ਰੋਣ ਦਾ ਮਤਲਬ ਅਫਸੋਸ, ਅਫਸੋਸ ਉਹਦਾ ਕਰਨਾ ਚਾਹੀਦਾ ਹੈ ਜੋ ਹਾਟੇ ਹਾਟ ਬਿਕਾਏ ਦਾ ਮਤਲਬ ਹੱਟੀ ਹੱਟੀ ਤੇ ਵਿਕਦਾ ਫਿਰਦਾ ਹੈ। ਇੱਕ ਹੱਟੀ ਤੇ ਦੂਜੀ ਹੱਟੀ ਤੇ ਵਿਕਦਾ ਫਿਰਦਾ ਹੈ। ਹੁਣ ਹੱਟੀ ਹੱਟੀ ਤੇ ਵਿਕਣ ਦਾ ਮਤਲਬ ਹੈ ਵਿਕਾਰਾਂ ਦੇ ਅੰਦਰ ਵਿਕਣਾ, ਕਦੇ ਕਾਮ ਵਿੱਚ, ਕਦੇ ਕ੍ਰੋਧ ਵਿੱਚ, ਕਦੇ ਲੋਭ ਵਿੱਚ, ਕਦੇ ਮੋਹ ਦੇ ਅੰਦਰ, ਕਦੇ ਪੀਰਾਂ ਤੇ, ਕਦੇ ਮੜੀਆਂ ਤੇ, ਕਦੇ ਕਬਰਾਂ ਤੇ, ਕਦੇ ਦੇਵੀਆਂ ਦੇਵਤਿਆਂ ਅੱਗੇ, ਕਦੇ ਜੋਤਸ਼ੀਆਂ ਅੱਗੇ, ਕਦੇ ਬਾਬਿਆਂ ਅੱਗੇ ਮੱਥੇ ਟੇਕਦਾ ਫਿਰਦਾ। ਇਸੇ ਨੂੰ ਹੱਟੀ ਹੱਟੀ ਤੇ ਵਿਕਣਾ ਕਹਿੰਦੇ ਨੇ। ਸੱਚ ਨੂੰ ਛੱਡ ਕੇ ਵਿਕਾਰਾਂ ਦੇ ਅੰਦਰ ਆਪਣੀ ਸੁਰਤ ਨੂੰ ਭਜਾਈ ਫਿਰਨਾ, ਇਹੀ ਹੱਟੀਆਂ ਤੇ ਵਿਕਣਾ ਹੈ। ਇੱਕ ਰੱਬ ਨੂੰ ਛੱਡ ਕੇ, ਗੁਰੂ ਨੂੰ ਛੱਡ ਕੇ ਥਾਂ ਥਾਂ ਤੇ ਮੱਥੇ ਟੇਕਦੇ ਫਿਰਨਾ, ਇਹੀ ਹੱਟੀਆਂ ਦੇ ਉੱਤੇ ਵਿਕਣਾ ਹੈ। ਅਫਸੋਸ ਉਸ ਬੰਦੇ ਦਾ ਕਰਨਾ ਚਾਹੀਦਾ ਹੈ ਜਿਹੜਾ ਥਾਂ ਥਾਂ ਤੇ ਵਿਕਦਾ ਫਿਰਦਾ ਹੈ, ਵਿਕਾਰਾਂ ਦੇ ਵਿੱਚ ਖਚਤ ਹੈ, ਜਿਹੜਾ ਕਦੇ ਕਿਸੇ ਬਾਬੇ ਨੂੰ, ਕਦੇ ਕਿਸੇ ਬਾਬੇ ਨੂੰ, ਕਦੇ ਮੜੀਆਂ ਤੇ ਕਬਰਾਂ ਦੇ ਮੱਥੇ ਟੇਕਦਾ ਫਿਰਦਾ ਹੈ, ਜਾਂ ਜਪ ਤਪ ਸੰਜਮ ਕਰਦਾ ਫਿਰਦਾ ਹੈ, ਮਾਲਾਵਾਂ ਫੇਰਦਾ ਫਿਰਦਾ ਹੈ, ਜਾਂ ਹੋਰ ਮਤਲਬ ਐਸੇ ਕਰਮ ਕਾਂਡਾਂ ਦੇ ਪਿੱਛੇ ਫਿਰ ਰਿਹਾ ਹੈ। ਅਫਸੋਸ ਤੇ ਉਹਦਾ ਕਰਨਾ ਚਾਹੀਦਾ ਹੈ ਜਿਹੜਾ ਸੱਚ ਦੇ ਨਾਲ ਜੁੜ ਗਿਆ ਹੈ, ਜਿਸ ਨੇ ਸੱਚ ਦੇ ਅੰਦਰ ਆਪਣੀ ਸੁਰਤ ਨੂੰ ਲੀਨ ਕਰ ਦਿੱਤਾ ਹੈ। ਉਹਦੇ ਮਰਨ ਤੇ ਅਫਸੋਸ ਨਹੀਂ, ਕਿਉਂਕਿ ਉਹਨੇ ਆਪਣੀ ਜ਼ਿੰਦਗੀ ਬਹੁਤ ਚੰਗੀ ਜੀਵੀ ਹੈ, ਸੱਚ ਦੇ ਅੰਦਰ ਮਿਲ ਕੇ ਜੀਵੀ ਹੈ, ਉਹਨੇ ਪਰਉਪਕਾਰ ਕੀਤਾ ਹੈ, ਉਹਨੇ ਲੋਕਾਂ ਨੂੰ ਸੁੱਖ ਦਿੱਤਾ ਹੈ, ਆਪ ਵੀ ਸ਼ਾਂਤ ਰਿਹਾ ਹੈ ਔਰ ਰੱਬੀ ਗੁਣਾਂ ਦੇ ਅੰਦਰ ਲੀਨ ਰਿਹਾ ਹੈ। ਐਸੇ ਬੰਦੇ ਦਾ ਅਫਸੋਸ ਨਹੀਂ ਕਰਨਾ ਚਾਹੀਦਾ, ਸਗੋਂ ਅਫਸੋਸ ਉਹਦਾ ਕਰਨਾ ਚਾਹੀਦਾ ਹੈ ਜਿਹੜਾ ਬੰਦਾ ਥਾਂ ਥਾਂ ਦੇ ਉੱਤੇ ਵਿਕਾਰਾਂ ਦੇ ਅੰਦਰ ਖਚਤ ਹੈ, ਉਹਨੂੰ ਸਮਝਾਉਣਾ ਚਾਹੀਦਾ ਹੈ, ਉਹਦਾ ਦੁੱਖ ਹੋਣਾ ਚਾਹੀਦਾ ਹੈ। ਤਾਂ ਜੇ ਅਸੀਂ ਇਸ ਚੀਜ਼ ਨੂੰ ਫੋਲੋ ਕਰੀਏ ਕਿ ਜੇ ਸਾਡੇ ਆਪਣੇ ਵਿੱਚ ਕਿਤੇ ਘਾਟ ਹੈ ਤਾਂ ਫਿਰ ਸਾਨੂੰ ਆਪਣੇ ਆਪ ਤੇ ਦੁੱਖ ਹੋਣਾ ਚਾਹੀਦਾ ਹੈ ਔਰ ਸਾਨੂੰ ਵਿਕਾਰਾਂ ਵੱਲੋਂ ਹਟਣਾ ਚਾਹੀਦਾ ਹੈ। ਜੇ ਕੋਈ ਹੋਰ ਸਾਡਾ ਪਿਆਰਾ ਜਾਣੇ ਅਣਜਾਣੇ ਸੱਚ ਦੇ ਨਾਲੋਂ ਟੁੱਟਿਆ ਹੈ ਤਾਂ ਨਾਲ ਉਹਨੂੰ ਵੀ ਸਮਝਾਉਣ ਦੀ ਟਰਾਈ ਕਰਨੀ ਚਾਹੀਦੀ ਹੈ, ਜਿਸ ਕਰਕੇ ਸਾਡੀ ਆਪਣੀ ਜ਼ਿੰਦਗੀ ਵੀ, ਸਾਡਾ ਇਹ ਪਰਿਵਾਰ ਵੀ ਔਰ ਸਾਡਾ ਇਹ ਸੰਸਾਰ ਵੀ ਸੁਖੀ ਔਰ ਸ਼ਾਂਤ ਰਹੇ ਅਤੇ ਸਾਡੀ ਇਹ ਜ਼ਿੰਦਗੀ ਜਿਹੜੀ ਹੈ ਸਫਲ ਹੋ ਸਕੇ। ਤਾਂ ਅੱਜ 16 ਸ਼ਲੋਕਾਂ ਦੀ ਵਿਚਾਰ ਹੋਈ ਹੈ, ਕੱਲ ਤੋਂ ਆਪਾਂ 17ਵੇਂ ਸ਼ਲੋਕ ਤੋਂ ਜਿਹੜੀ ਹੈ ਵਿਚਾਰ ਆਰੰਭ ਕਰਾਂਗੇ। ਅੱਜ ਦੀ ਵਿਚਾਰ ਇੱਥੇ ਸਮਾਪਤ ਕਰਦੇ ਹਾਂ। ਅੱਜ ਦੀ ਵਿਚਾਰ ਵਿੱਚ ਕਿਸੇ ਵੀਰ ਭੈਣ ਨੇ ਜੇ ਕੋਈ ਸਵਾਲ ਪੁੱਛਣਾ ਹੈ ਤਾਂ ਉਹ ਸਵਾਲ ਵੀ ਪੁੱਛ ਸਕਦਾ ਹੈ, ਔਰ ਜੇ ਕਿਸੇ ਨੇ ਆਪਣੇ ਵਿਚਾਰ ਦੇਣੇ ਨੇ ਤਾਂ ਉਹ ਵੀ ਅਨਮਿਊਟ ਹੋ ਜਾਏ। ਹੁਣ ਵੀਰ ਤਰਲੋਚਨ ਸਿੰਘ ਜੀ ਅਨਮਿਊਟ ਹੋ ਗਏ ਨੇ, ਅਗਲੀ ਕਾਰਵਾਈ ਉਹ ਕਰਨਗੇ। ਉਹਨਾਂ ਨੂੰ ਬਾਰ-ਬਾਰ ਨਾ ਕਹਿਣਾ ਪਵੇ। ਜਿਨ੍ਹਾਂ ਨੇ ਕੋਈ ਸਵਾਲ ਪੁੱਛਣਾ ਹੈ ਜਾਂ ਆਪਣੇ ਵਿਚਾਰ ਦੇਣੇ ਨੇ ਤਾਂ ਉਹ ਅਨਮਿਊਟ ਹੋ ਜਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ। ਜਿੱਦਾਂ ਗਿਆਨੀ ਜੀ ਨੇ ਕਿਹਾ ਹੈ ਜੀ, ਅੱਜ ਦੀ ਕਥਾ ਤਾਂ ਸਾਰਿਆਂ ਨੇ ਸੁਣ ਲਈ ਹੈ ਤੇ ਸਾਰਿਆਂ ਨੂੰ ਬੇਨਤੀ ਆ ਜਿਹਨਾਂ ਨੇ ਆਪਣੇ ਕੋਈ ਸਵਾਲ ਕਰਨੇ ਹੋਣ ਤਾਂ ਉਹ ਅਨਮਿਊਟ ਹੋ ਜਾਓ, ਤੇ ਕੋਈ ਆਪਣਾ ਵਿਚਾਰ ਦੇਣਾ ਆ ਤਾਂ ਵੀ ਅਨਮਿਊਟ ਹੋ ਕੇ ਕਰ ਦਿਓ। ਤੇ ਜਿੱਦਾਂ
ਆਪ ਜੀ ਨੂੰ ਪਤਾ ਲੱਗ ਹੀ ਗਿਆ ਜੀ ਤੇ ਮੈਨੂੰ ਬਹੁਤ ਵਾਰੀ ਕਹਿਣਾ ਪੈਂਦਾ ਤਾਂ ਹੀ ਤੁਸੀਂ ਅਨਮਿਊਟ ਹੁੰਦੇ ਕਈ ਗੱਲ ਸਵਾਲ ਹੁੰਦੇ ਜ਼ਰੂਰ ਆ। ਸਾਡੇ ਨਾਲ ਹੁਣ ਦੋ ਜਣੇ ਅਨਮਿਊਟ ਹੋਏ ਆ ਜੀ, ਭੈਣ ਸਤਵੰਤ ਕੌਰ ਤੇ ਸੁਰਿੰਦਰ ਕੌਰ, ਤੇ ਹੋਰਨਾਂ ਨੂੰ ਵੀ ਬੇਨਤੀ ਹੈ। ਪਹਿਲਾਂ ਸਤਵੰਤ ਕੌਰ ਜੀ ਤੁਸੀਂ ਆਪਣੀ ਗੱਲ ਕਰੋ। ਹਾਂਜੀ ਗਿਆਨੀ ਜੀ, ਮੈਨੂੰ ਨਾ ਛਿਛਰੇ ਦੀ ਸਮਝ ਨਹੀਂ ਆਈ। ਛਿਛਰਾ ਭੈਣ ਜੀ ਇੱਕ ਨਾ ਪੇੜ ਹੁੰਦਾ ਹੈ, ਉਹਨੂੰ ਢਾਕ ਵੀ ਕਹਿੰਦੇ ਨੇ ਤੇ ਢਾਕ ਪਲਾਸ ਵੀ ਕਹਿੰਦੇ ਨੇ। ਇਹ ਇੰਡੀਆ ਦੇ ਵਿੱਚ ਹੁੰਦਾ ਹੈ ਪੇੜ, ਤੇ ਬਹੁਤ ਘੱਟ ਮਤਲਬ ਹੁੰਦਾ ਹੈ, ਖਾਸ ਕਰਕੇ ਉਧਰ ਰਾਜਸਥਾਨ ਵੱਲ ਤੇ ਅਸੀਂ ਵੇਖਿਆ ਹੈ। ਤੇ ਇਹਦੇ ਕੁਝ ਉੱਚਾ ਜਿਹਾ ਪੇੜ ਹੁੰਦਾ ਹੈ ਤੇ ਇਹਦੇ ਨਾ ਫੁੱਲ ਹੁੰਦੇ ਨੇ ਕਾਫੀ ਵੱਡੇ ਵੱਡੇ ਜਿਹੇ। ਜੋ ਸਿਮਲ ਵਰਗਾ ਹੁੰਦਾ, ਸਿਮਲ ਰੁੱਖ ਵੀ ਤਾਂ ਏਦਾਂ ਦਾ ਹੀ ਹੈ, ਉਹਦੇ ਚ ਵੀ ਤਾਂ ਕੋਈ ਸਿਮਲ ਫੁੱਲ ਨਹੀਂ ਰੁੱਖ ਨਾ। ਨਾਲੋਂ ਵੱਖਰਾ ਹੁੰਦਾ ਹੈ। ਹਾਂਜੀ, ਇਹਨੂੰ ਹਿੰਦੀ ਵਿੱਚ ਢਾਕ ਕਹਿੰਦੇ ਨੇ, ਢਾਕ ਪਲਾਸ, ਤੇ ਪੰਜਾਬੀ ਵਿੱਚ ਇਹਨੂੰ ਛਿਛਰਾ ਕਹਿੰਦੇ ਨੇ। ਅੱਛਾ ਇੱਕ ਰੁੱਖ ਹੁੰਦਾ ਕਾਫੀ ਵੱਡਾ ਸਾਰਾ। ਅੱਛਾ ਜੀ, ਧੰਨਵਾਦ। ਹਾਂਜੀ ਠੀਕ ਹੈ ਜੀ, ਧੰਨਵਾਦ ਜੀ। ਸੁਰਿੰਦਰ ਕੌਰ ਜੀ ਤੁਸੀਂ ਆਪਣਾ ਸਵਾਲ ਰੱਖੋ। ਹਾਂਜੀ ਹਾਂਜੀ ਗਿਆਨੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਮੇਰੀ ਭੈਣ, ਹਾਂਜੀ ਗਿਆਨੀ ਜੀ, ਇੱਕ ਤੁਸੀਂ ਦੱਸਿਆ ਉੱਤਮ, ਮੱਧਮ ਤੇ ਤੀਸਰੀ ਕੀ ਗੱਲ ਦੱਸੀ ਸੀਗੀ? ਅਨਪੁਰਖ, ਅਨਪੁਰਖ ਥਰਡ ਪਰਸਨ। ਅਨਪੁਰਖ। ਹਾਂਜੀ, ਫਸਟ ਪਰਸਨ, ਸੈਕੰਡ ਪਰਸਨ, ਥਰਡ ਪਰਸਨ। ਥਰਡ ਪਰਸਨ। ਤੇ ਪਾਹੇ ਦਾ ਕੀ ਮਤਲਬ ਹੈ ਜੀ? ਕਬੀਰ ਆਈ ਮੁਝੇ ਪਹੇ, ਅਨਕ ਪਹਿ ਕਰੇ ਦਾ ਮਤਲਬ ਕੋਲ, ਪਹਿ ਦਾ ਮਤਲਬ ਕੋਲ। ਕੋਲ ਜੀ। ਮੁਝੇ ਪਹਿ ਦਾ ਮਤਲਬ ਮੇਰੇ ਕੋਲ ਆਈ। ਕੋਲ ਆਈ, ਅੱਛਾ ਜੀ, ਠੀਕ ਹੈ। ਧੰਨਵਾਦ। ਧੰਨਵਾਦ ਜੀ ਸਤਨਾਮ ਕੌਰ ਜੀ, ਧੰਨਵਾਦ। ਤੇ ਸਾਡੇ ਨਾਲ ਹੋਰ ਤਾਂ ਕੋਈ ਅਨਮਿਊਟ ਨਹੀਂ ਜੀ ਹੈਗਾ, ਤੇ ਅਸੀਂ ਧੰਨਵਾਦ ਕਰਦੇ ਸਾਰਿਆਂ ਦਾ ਜਿਨ੍ਹਾਂ ਨੇ ਅੱਜ ਅਟੈਂਡ ਕੀਤਾ ਤੇ ਇਸ ਪ੍ਰੋਗਰਾਮ ਦੇ ਵਿੱਚ ਆਪਣੀ ਹਿੱਸਾ ਲਿਆ, ਸਵਾਲ ਜਵਾਬ ਵੀ ਕੀਤੇ ਆ। ਤੇ ਸੁਰਿੰਦਰ ਕੌਰ ਜੀ ਤੁਸੀਂ ਕੋਈ ਪੁੱਛਣਾ ਜਾਂ ਵੈਸੇ ਫਤਿਹ ਬੁਲਾਉਣ ਵਾਸਤੇ ਹੋਏ? ਤੇ ਬੁਲਾਉਣ ਲਈ ਕੀਤਾ ਜੀ। ਅੱਛਾ ਜੀ, ਅੱਛਾ, ਠੀਕ ਹੈ ਜੀ। ਸੋ ਇੱਥੇ ਆਪਾਂ ਅੱਜ ਸਮਾਪਤੀ ਕਰਦੇ ਹਾਂ ਜੀ। ਤਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਤੇ ਕੱਲ ਨੂੰ ਆਪਾਂ ਫੇਰ ਮੁੜ ਕੇ ਇੰਗਲੈਂਡ ਦੇ ਟਾਈਮ ਦੇ ਮੁਤਾਬਕ 1 ਵਜੇ ਕਿਸੇ ਪਲੇਟਫਾਰਮ ਤੇ ਫੇਰ ਆਵਾਂਗੇ ਜੀ। ਉਸ ਤਾਈਂ ਛੁੱਟੀਆਂ ਲਓ ਇੱਕ ਦੂਜੇ ਤੋਂ। ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।